ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਊਜਲ ਹੋਈ ਹੈ। ਹਲਤ ਪਲਤ ਮੁਖ ਊਜਲ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਊਜਲ ਹੋਈ ਹੈ। ਹਲਤ ਪਲਤ ਮੁਖ ਊਜਲ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਇੱਛਾ ਪੂਰਕ ਸਰਬ ਸੁਖ ਦਾਤਾਰ। ਇੱਛਾ ਪੂਰਕ ਸਰਬ ਸੁਖ ਦਾਤਾਰ। ਜਾਂ ਕੈ ਵਸ ਹੈ ਕਾਮ ਤੇਨਾ। ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਏ ਮੇਰੇ ਜੀਅੜੇ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਸੋ ਐਸਾ ਤਾ ਸਰਬ ਸੁਖ ਪਾਵੈ ਮੇਰੇ ਮਨਾ। ਤਾ ਸਰਬ ਸੁਖ ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਕ ਮੁਖ ਊਜਲ ਹੋਈ ਹੈ। ਹਲਤ ਪਲਕ ਮੁਖ ਊਜਲ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ
सदा सतनाम। जय हर सिमरन पया त्यों पादगत कीनी। जय हर सिमरन पया त्यों पादगत कीनी। वड भागी हर जपना, वड भागी हर जपना। जन नानक को गुर ए मत दीनी। जन नानक को जप हर पौ जल तरना। जप हर पौ तरना। जप मन सतनाम सदा सतनाम। जप मन सतनाम सदा सतनाम। हलत पलत मुख उजल होई है। हलत पलत मुख उजल। नित ध्याइयै हर पुरख निरंजना। नित ध्याइयै हर पुरख निरंजना। जप मन सतनाम सदा सतनाम। जप मन सतनाम। जप मन सतनाम। जप मन सतनाम सदा सतनाम। हलत पलत मुख उजल होई है। नित ध्याइयै हर पुरख निरंजना। रहाओ। प्यारी साध संगत जी, जो असी शब्द गायन किया है, इसका सिरलेख है तनासरी महला पंजवां। तनासरी राग विच गुरु अर्जन पातशाह का शब्द है। गुरु ग्रंथ साहिब के 669 भाव 669 अंक के शब्द सुशोभित है। जितने शब्द असी पढ़ते हाँ, ज़्यादातर शब्दों में सानू रहाव लिखा मिलता है। रहाव विच शब्द का भावर्थ होता है। इसका मतलब रहाव का मतलब सिर्फ इतना ही नहीं होता विश्राम। रहाव का मतलब होता है जो पंक्ति पढ़ के आए उन्होंने बार बार पढ़ो, इसनू विचारो। ये इर्द गिर्द ही सारा शब्द विचारिया जाता है। सो रहाव नू समझना साडा फर्ज है। रहाव नू कीर्तन करन वेले भी बार बार पढ़ते हैं ताकि पता लगे कि अज केड़ी गल की जा रही है। जो बाणी के शब्द के विचकार बाकी दे पदे होंदे ने, जिवें इस शब्द के विच दो पदे ने, पहला पदा और दूजा पदा, उन्हां विच रहाव की गल नूं ही खोल के पेश किया जाता है। लेकिन जे असी अखंड पाठ विच मस्त रहीए तां असी रहाव वेले रुकदे ही नहीं हाँ। असी उस पंक्ति नूं बार बार पढ़ते ही नहीं हाँ।
ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰਹਾਉ ਨੂੰ ਬਾਰ-ਬਾਰ ਪੜ੍ਹਿਆ ਕਰੀਏ। ਇੱਥੇ ਤੱਕ ਹੀ ਨਹੀਂ, ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ, ਵਾਕ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਤਾਂ ਅਸੀਂ ਆਮ ਤੌਰ 'ਤੇ ਇੰਝ ਵਾਕ ਲੈਂਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਾਸੈ ਕਾਮ ਤੇ ਨਾ। ਇਸ ਪੰਕਤੀ ਨੂੰ ਅਸੀਂ ਦੁਬਾਰਾ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੇ ਵਾਸੈ ਕਾਮ ਤੇ ਨਾ। ਲੇਕਿਨ ਅਸੀਂ ਪੜ੍ਹਦਿਆਂ ਪਲ ਜਾਂਦੇ ਹਾਂ, ਜਪ ਮਨ ਸਤਨਾਮ ਸਦਾ ਸਤਨਾਮ ਹਲਤ ਬਲਤ ਮੁਖ ਉਜਲ ਹੋਈਐ ਨਿਤ ਆਈਐ ਹਰ ਪੁਰਖ ਨਿਰੰਜਨਾ ਰਹਾਉ। ਫਿਰ ਉਸ ਤੋਂ ਬਾਅਦ ਜੈ ਹਰ ਸਿਮਰਨ ਪਿਆਤੈ ਉਪਾਦਗਤ ਕੀਨੀ। ਇਸ ਤਰ੍ਹਾਂ ਅਸੀਂ ਵਾਕ ਲੈਂਦੇ ਹਾਂ। ਲੇਕਿਨ ਮੈਨੂੰ ਇੰਝ ਲੱਗਦਾ ਹੈ ਜਿਸ ਤਰ੍ਹਾਂ ਬਾਣੀ ਦੀ ਬਣਤਰ ਹੈ, ਉਸ ਹਿਸਾਬ ਦੇ ਨਾਲ ਵਾਕ ਲੈਣ ਵੇਲੇ ਵੀ ਸਾਨੂੰ ਰਹਾਉ ਨੂੰ 2 ਵਾਰੀ ਪੜ੍ਹਨਾ ਚਾਹੀਦਾ, ਤਾਂ ਕਿ ਪੜ੍ਹਨ ਵਾਲੇ ਨੂੰ ਵੀ ਔਰ ਸੁਣਨ ਵਾਲੇ ਨੂੰ ਵੀ ਦੋਨਾਂ ਨੂੰ ਸਮਝ ਆ ਸਕੇ ਕਿ ਅੱਜ ਕਿਸ ਗੱਲ ਬਾਰੇ ਵਿਚਾਰ ਕੀਤੀ ਜਾਵੇਗੀ, ਕਿਹੜੇ ਮੁੱਦੇ ਉੱਤੇ ਵਿਚਾਰ ਕੀਤੀ ਜਾਏ। ਸੋ ਅੱਜ ਦਾ ਸ਼ਬਦ ਦਾ ਰਹਾਉ, ਜਪ ਮਨ ਸਤਨਾਮ ਸਦਾ ਸਤਨਾਮ। ਅਸੀਂ ਬਾਣੀ ਚੋਂ ਬਾਣੀ ਦੇ ਅਰਥ ਸਮਝਦੇ ਹਾਂ, ਔਰ ਜਿਉਂ-ਜਿਉਂ ਅਸੀਂ ਜਪਜੀ ਸਾਹਿਬ ਨੂੰ ਪੜ੍ਹਦੇ ਜਾਵਾਂਗੇ, ਜਿਉਂ-ਜਿਉਂ ਜਪਜੀ ਸਾਹਿਬ ਨੂੰ ਵਿਚਾਰਦੇ ਜਾਵਾਂਗੇ, ਸਾਨੂੰ ਬਾਣੀ ਦੀ ਹੋਰ ਸਮਝ ਪੈਂਦੀ ਜਾਂਦੀ ਹੈ। ਇਸ ਸ਼ਬਦ ਦਾ ਪੂਰਾ ਰਹਾਉ ਹੈ, ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ, ਇਸ ਸ਼ਬਦ ਵਿੱਚ ਰਹਾਉ ਦੀ ਪੰਕਤੀ 'ਚ ਅੱਖਰ ਆਇਆ ਜਪ, ਅੱਖਰ ਆਇਆ ਸਤਨਾਮ, ਅੱਖਰ ਆਇਆ ਸਦਾ ਸਤਨਾਮ। 3 ਤੇ ਅੱਖਰ ਆਏ। ਫਿਰ ਇਸ ਤੋਂ ਬਾਅਦ ਆਇਆ ਹਾਲਤ ਪਲਤ। ਸਾਨੂੰ ਪਤਾ ਨਹੀਂ ਹਾਲਤ ਪਲਤ ਕੀ ਹੁੰਦਾ। ਮੁਖ ਉਜਲ ਹੋਈ ਹੈ, ਉਜਲ ਕੀ ਹੁੰਦਾ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪੁਰਖ ਨਿਰੰਜਨ ਕਿਹਨੂੰ ਕਹਿੰਦੇ ਨੇ? ਸਾਨੂੰ ਪੁਰਖ ਅਤੇ ਨਿਰੰਜਨ, ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਦਾ ਨਾ ਪਤਾ ਹੋਵੇ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਇਹ ਲਫ਼ਜ਼ ਨੇ, ਇਸ ਤਰ੍ਹਾਂ ਜੇ ਸਮਝਣਾ ਹੋਵੇ ਤਾਂ ਪਹਿਲੀ ਅਸੀਂ ਮਿਸਾਲ ਇਹ ਸਮਝਾਂਗੇ, ਜੇਕਰ ਕਿਸੀ ਮਾਂ ਭੈਣ ਨੂੰ ਖੀਰ ਬਣਾਉਣੀ ਹੋਵੇ ਤਾਂ ਉਹਨੂੰ ਪਤਾ ਹੁੰਦਾ ਹੈ ਖੀਰ ਵਿੱਚ ਚਾਵਲ ਪੈਂਦੇ ਨੇ, ਖੀਰ ਵਿੱਚ ਖੰਡ ਪੈਂਦੀ ਹੈ, ਖੀਰ ਵਿੱਚ ਦੁੱਧ ਪੈਂਦਾ ਹੈ। ਇਸ ਤਰੀਕੇ ਦੇ ਨਾਲ ਖੀਰ ਵਿੱਚ ਇਲਾਚੀ ਪੈਂਦੀ ਹੈ, ਖੀਰ ਵਿੱਚ ਬਦਾਮ ਪੈਂਦੇ ਨੇ, ਖੀਰ ਵਿੱਚ ਕਿਸ਼ਮਿਸ਼ ਪੈਂਦੀ ਹੈ। ਉਹਨੂੰ ਇਹ 5-6 ਚੀਜ਼ਾਂ ਦਾ ਜੇ ਪਤਾ ਹੋਏਗਾ, ਉਹਦੇ ਸਾਹਮਣੇ ਪਈਆਂ ਹੋਣਗੀਆਂ, ਤਾਂ ਉਹ ਖੀਰ ਬਣਾ ਸਕਦੀ ਹੈ। ਲੇਕਿਨ ਜੇ ਉਹਦੇ ਸਾਹਮਣੇ ਪਈਆਂ ਹੋਣ ਔਰ ਉਹਨਾਂ ਨੂੰ ਪਤਾ ਹੀ ਨਾ ਹੋਏ ਇਹਨਾਂ 'ਚੋਂ ਕਿਸ਼ਮਿਸ਼ ਕਿਹਨੂੰ ਕਹਿੰਦੇ ਨੇ, ਇਹਨਾਂ 'ਚੋਂ ਇਲਾਚੀ ਕਿਹਨੂੰ ਕਹਿੰਦੇ ਨੇ, ਇਹਨਾਂ 'ਚੋਂ ਚਾਵਲ ਕਿਸ ਨੂੰ ਕਹਿੰਦੇ ਨੇ, ਉਹਨੂੰ ਇਹਨਾਂ ਦੀ ਚੀਜ਼ਾਂ ਦੀ ਸਮਝ ਹੀ ਨਾ ਹੋਵੇ, ਤਾਂ ਉਹ ਖੀਰ ਨਹੀਂ ਬਣਾ ਸਕਦੀ। ਇਹਦਾ ਮਤਲਬ ਇਹ ਜਿਹੜੀਆਂ ਚੀਜ਼ਾਂ, ਕੋਈ ਵੀ ਵਸਤੂ ਬਣਾਉਣੀ ਹੋਵੇ, ਜੇ ਉਹਨਾਂ ਚੀਜ਼ਾਂ ਦੀ ਸੂਝ ਨਾ ਹੋਵੇ ਨਾ, ਤਾਂ ਉਹ ਭੋਜਨ ਤਿਆਰ ਨਹੀਂ ਹੁੰਦਾ। ਬਾਣੀ 'ਚੋਂ ਅਸੀਂ ਭੋਜਨ ਲੱਭਦੇ ਹਾਂ, ਸੰਤੋਖ ਦਾ ਭੋਜਨ। ਸੰਤੋਖ ਦੇ ਭੋਜਨ ਵਾਸਤੇ ਵੀ ਕੁਝ ਚੀਜ਼ਾਂ ਦੀ ਲੋੜ ਹੁੰਦੀ ਹੈ। ਸੰਤੋਖ ਦਾ ਭੋਜਨ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਸਾਰੀ ਬਾਣੀ ਸਾਨੂੰ ਸਮਝਾਉਂਦੀ ਹੈ। ਇਹਦਾ ਮਤਲਬ ਜਿਸ ਤਰ੍ਹਾਂ ਖੀਰ ਬਣਾਉਣ ਵਾਸਤੇ ਉਹ 6 ਚੀਜ਼ਾਂ ਦੀ ਲੋੜ ਹੋਵੇ ਔਰ ਉਹਨਾਂ ਦਾ ਪਤਾ ਨਾ ਹੋਵੇ ਤਾਂ ਖੀਰ ਨਹੀਂ ਬਣਦੀ। ਜੇ ਪਤਾ ਲੱਗ ਜਾਏ ਤਾਂ ਫਿਰ ਵਿਧੀ ਵੀ ਸਮਝਣੀ ਪੈਂਦੀ ਹੈ ਕਿ ਪਹਿਲਾਂ ਮੈਨੂੰ ਚਾਵਲ ਉਬਾਲਣੇ ਹਨ, ਫਿਰ ਉਹਨਾਂ ਵਿੱਚ ਖੰਡ ਪਾਣੀ ਹੈ,
ਉਹਨੂੰ ਫਿਰ ਇਹ ਵਿਧੀ ਵੀ ਸਮਝ ਆ ਜਾਂਦੀ ਹੈ। ਪਰ ਪਹਿਲਾਂ ਉਹਨੂੰ ਪਤਾ ਹੁੰਦਾ ਹੈ। ਜੇ ਉਹਨੂੰ ਪਤਾ ਨਾ ਹੋਏ, ਉਹਨੂੰ ਇਹ ਪਤਾ ਹੋਏ ਚਿੱਟੇ ਚਿੱਟੇ ਰੰਗ ਦੀ ਕੋਈ ਚੀਜ਼ ਹੁੰਦੀ ਹੈ, ਉਹ ਪਾਣੀ ਚਾਹੀਦੀ ਹੈ, ਉਹ ਚੀਨੀ ਦੇ ਬਦਲੇ ਲੂਣ ਪਾ ਦੇ ਤਾਂ ਖੀਰ ਨਹੀਂ ਬਣੇਗੀ। ਲੂਣ ਵੀ ਚਿੱਟਾ ਹੁੰਦਾ ਹੈ, ਚੀਨੀ ਵੀ ਚਿੱਟੀ ਹੁੰਦੀ ਹੈ, ਪਰ ਉਹਨੇ ਜ਼ਿੰਦਗੀ 'ਚ ਕਦੇ ਕਿਚਨ ਵਿੱਚ ਗਈ ਹੀ ਨਾ ਹੋਵੇ, ਉਹਨੇ ਚੀਜ਼ਾਂ ਨੂੰ ਦੇਖਿਆ ਹੀ ਨਾ ਹੋਵੇ, ਉਹਦੇ ਵਾਸਤੇ ਚੀਨੀ ਵੀ ਚਿੱਟੀ, ਉਹਦੇ ਵਾਸਤੇ ਮੈਦਾ ਵੀ ਚਿੱਟਾ, ਲੂਣ ਵੀ ਚਿੱਟਾ, ਉਹਨੂੰ ਤਾਂ ਕੁਝ ਸਮਝ ਹੀ ਨਹੀਂ ਆਏਗਾ ਬਣਾਉਣਾ ਕਿਸ ਤਰ੍ਹਾਂ ਹੈ। ਸਾਧ ਸੰਗਤ ਜੀ, ਮੈਂ ਸਾਦਾ ਮਨੁੱਖ ਦੀ ਬੋਲੀ ਵਿੱਚ ਮਿਸਾਲ ਸਾਂਝ ਕੀਤੀ ਹੈ ਕਿ ਬਾਣੀ ਦੇ ਜਿਤਨੇ ਅੱਖਰ ਨੇ, ਇਹਨਾਂ ਅੱਖਰਾਂ ਦੀ ਸਾਨੂੰ ਜਾਣ ਪਛਾਣ ਹੋਣੀ ਚਾਹੀਦੀ ਹੈ। ਫਰਜ਼ ਕਰੋ ਜਪ ਦਾ ਮੈਨਾ ਅਸੀਂ ਜ਼ਬਾਨ ਨਾਲ ਰਟਣਾ ਕਹਿੰਦੇ ਹਾਂ। ਜੇ ਜ਼ਬਾਨ ਨਾਲ ਰਟਣ ਦਾ ਨਾਂ ਜਪ ਹੋਵੇ ਤਾਂ ਜਦੋਂ ਬਾਣੀ 'ਚ ਆਏਗਾ ਐਸਾ ਗਿਆਨ ਜਪੋ ਮਨ ਮੇਰੇ, ਤਾਂ ਅਸੀਂ ਕੀ ਇੱਥੋਂ ਕਵਾਂਗੇ ਗਿਆਨ 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 ਗਿਆਨ? ਅਸੀਂ ਇੰਜ ਤਾਂ ਨਹੀਂ ਕਰਾਂਗੇ। ਫਿਰ ਜਪ ਦੀ ਵਿਧੀ ਬਾਣੀ ਦੇ ਅੰਦਰ ਸਮਝਾਈ ਹੈ। ਉਹਦੇ ਵਿੱਚ ਕਹਿੰਦੇ ਨੇ, ਕਹਿਤ ਨਾਮਦੇਵ ਸੁਨੋ ਤ੍ਰਿਲੋਚਨ, ਬਾਲਕ ਪਾਲਨ ਪੌਂਡੀਏ ਲੈ, ਅੰਤਰ ਬਾਹਰ ਕਾਜ ਵਿਰੋਧੀ ਚੀਜ਼ ਸੋ ਬਾਰਕ ਰਾਖੀਏ ਲੈ। ਮਾਂ ਬੱਚੇ ਨੂੰ ਪਲਨੇ ਵਿੱਚ ਬਿਠਾਉਂਦੀ ਹੈ, ਲਿਟਾਉਂਦੀ ਹੈ, ਔਰ ਅੰਦਰ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਆਪਣੇ ਕੰਮਾਂ 'ਚ ਮਸਤ ਰਹਿੰਦੀ ਹੈ, ਲੇਕਿਨ ਕੰਮ ਕਰਦਿਆਂ ਕਰਦਿਆਂ ਉਸਨੂੰ ਉਹਦਾ ਚਿੱਤ ਬੱਚੇ ਵਿੱਚ ਰਹਿੰਦਾ ਹੈ। ਉਹਦਾ ਜਿਹੜਾ ਚਿੱਤ, ਉਹਦਾ ਮਨ ਹਰ ਵੇਲੇ ਬੱਚੇ ਵਿੱਚ ਰਹਿੰਦਾ ਹੈ। ਇਹਨੂੰ ਗੁਰਬਾਣੀ 'ਚ ਜਪ ਕਹਿੰਦੇ ਨੇ। ਉਹ ਬੱਚਾ ਬੱਚਾ, ਬਾਲਕ 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 ਬਾਲਕ, ਪੁੱਤਰ 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 ਨਹੀਂ ਰੱਟ ਰਹੀ ਹੁੰਦੀ। ਉਹਦਾ ਧਿਆਨ ਉੱਥੇ ਲੱਗਾ ਰਹਿੰਦਾ ਹੈ। ਵਿਧੀ ਵੀ ਸਮਝਾ ਦਿੱਤੀ ਕਿ ਜਪ ਕੀ ਹੁੰਦਾ ਹੈ। ਸੋ ਬਾਣੀ 'ਚੋਂ ਅਸੀਂ ਜਪ ਦਾ ਮੈਨਾ ਸਮਝਾਂਗੇ। ਜਪ ਮਨ ਸਤਿਨਾਮ। ਜਪ ਦਾ ਮਤਲਬ ਦ੍ਰਿੜ ਕਰ, ਦ੍ਰਿੜ ਕਰਕੇ ਹਮੇਸ਼ਾ ਉਸ ਪਾਸੇ ਧਿਆਨ ਰਹੇਗਾ। ਸੋ ਉਹਦੇ ਵਾਸਤੇ ਸਾਡੇ ਮਨ ਦੀ ਅਵਸਥਾ ਬਣਾਉਂਦੇ ਨੇ। ਸਤਿਨਾਮ, ਰੱਬ ਜੀ ਸੱਚੇ ਨੇ, ਉਹਨਾਂ ਦਾ ਨਾਮਣਾ ਸੱਚਾ ਹੈ। ਭਾਵ ਉਹਨਾਂ ਦਾ ਨਿਯਮ ਸੱਚਾ ਹੈ, ਉਹ ਸੱਤ ਹੈ। ਤੁਸੀਂ ਦੇਖੋ ਸਰਕਾਰਾਂ ਬਦਲ ਜਾਂਦੀਆਂ ਨੇ, ਨਿਯਮ ਬਦਲ ਜਾਂਦੇ ਨੇ, ਇਹ ਦੁਨਿਆਵੀ ਤੌਰ 'ਤੇ ਹੈ। ਪਰ ਰੱਬ ਜੀ ਦੇ ਨਿਯਮ ਬਦਲਦੇ ਨਹੀਂ ਨੇ, ਅਟੱਲ ਨੇ। ਸਾਰੀ ਸ੍ਰਿਸ਼ਟੀ 'ਚ ਹਮੇਸ਼ਾ ਰੱਬ ਜੀ ਦੇ ਨਿਯਮ ਅਟੱਲ ਰਹਿਣਗੇ। ਔਰ ਉਹ ਨਿਯਮ ਕੀ ਨੇ? ਸੱਚੇ ਨੇ। ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਨਿਯਮ ਕਦੇ ਨਹੀਂ ਟਲਦੇ ਨੇ। ਅਸੀਂ ਭੁਲੇਖੇ ਨਾਲ ਇਹ ਸਮਝਦੇ ਹਾਂ। ਲੋਕੀ ਮੈਨੂੰ ਪੁੱਛਦੇ ਨੇ, ਵੀਰ ਜੀ ਜਿਹੜੇ ਲੋਕੀ ਝੂਠ ਬੋਲਦੇ ਨੇ, ਜਿਹੜੇ ਲੋਕੀ ਧੋਖਾ ਕਰਦੇ ਨੇ, ਉਹ ਵਧੀਆ ਵਧੀਆ ਕਾਰਾਂ 'ਚ ਬਹਿੰਦੇ ਨੇ। ਜਿਹੜੇ ਲੋਕੀ ਆਪਣੇ ਬਿਜ਼ਨਸ ਧੰਦੇ ਵਿੱਚ ਹੇਰਾਫੇਰੀ ਕਰਦੇ ਨੇ, ਉਹ ਦੇਖੋ ਏਅਰ ਕੰਡੀਸ਼ਨ ਮਕਾਨਾਂ ਵਿੱਚ ਰਹਿੰਦੇ ਨੇ, ਉਹ ਦੇਖੋ ਕਿਤਨੇ ਸੁਖੀ ਨੇ। ਪਰ ਇਹ ਰੱਬ ਜੀ ਦੇ ਨਿਯਮ ਤੋਂ ਉਲਟ ਹੈ ਗੱਲ। ਉਹ ਸਾਨੂੰ ਬਾਹਰੋਂ ਬਾਹਰੋਂ ਸੁਖੀ ਨਜ਼ਰ ਆਉਂਦੇ ਨੇ। ਮਾਨਸਿਕ ਤੌਰ 'ਤੇ ਉਹ ਡਰੇ ਹੁੰਦੇ ਨੇ, ਮਾਨਸਿਕ ਤੌਰ 'ਤੇ ਉਹ ਸੁਖੀ ਨਹੀਂ ਹੁੰਦੇ ਨੇ, ਮਾਨਸਿਕ ਤੌਰ 'ਤੇ ਉਹ ਬੇਚੈਨ ਰਹਿੰਦੇ ਨੇ। ਮਾਨਸਿਕ ਤੌਰ 'ਤੇ ਉਹ ਡਰਪੋਕ ਹੁੰਦੇ ਨੇ। ਡਰ ਬਾਰੇ ਅਸੀਂ ਰਾਤੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ, ਫਿਰ ਵੀ ਅਸੀਂ ਡਰ ਦੀਆਂ ਗੱਲਾਂ ਹੋਰ ਕਰੀ ਜਾਵਾਂਗੇ। ਸਾਨੂੰ ਪਤਾ ਲੱਗੇਗਾ ਕਿ ਡਰ ਕੋਈ ਚੀਜ਼ ਹੁੰਦੀ ਹੀ ਨਹੀਂ ਹੈ। ਡਰੀਏ ਤਾਂ ਜੇ ਡਰ ਹੋਵੇ ਹੋਰ। ਡਰ ਡਰਨਾ ਮਨ ਕਾ ਸ਼ੋਰ, ਸਾਡੇ ਮਨ ਦਾ ਸ਼ੋਰ ਹੀ ਹੁੰਦਾ ਡਰਨਾ। ਸੋ ਅਸੀਂ
ਜਪ ਦਾ ਮੈਂ ਨਾ ਸਮਝੇ ਇੱਕ ਗੱਲ ਨੂੰ ਦ੍ਰਿੜ ਕਰ ਲੈਣਾ ਔਰ ਉਹਦੇ ਵਿੱਚ ਹਮੇਸ਼ਾ ਧੁਨ ਵਿੱਚ ਰਹਿਣਾ, ਉਸ ਦੀ ਧੁਨ ਵਿੱਚ ਰਹਿਣਾ। ਸਾਨੂੰ ਰੋਜ਼ ਕੀ ਦ੍ਰਿੜ ਕਰਾਇਆ ਜਾਂਦਾ ਹੈ? ਕਿਵ ਸਚਿਆਰਾ ਹੋਈਐ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਨਾਨਕ ਲਿਖਿਆ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਪਹਿਲਾਂ ਰੋਜ਼ ਮੇਰਾ ਧਿਆਨ ਦਵਾਇਆ ਗਿਆ ਕਿ ਤੂੰ ਸਚਿਆਰ ਨਹੀਂ ਹੈ। ਹੰਕਾਰਿਆ ਫਿਰਦਾ ਕਿ ਮੈਂ ਬਹੁਤ ਸ਼ਰੀਫ ਹਾਂ, ਪਰ ਤੂੰ ਸ਼ਰੀਫ ਨਹੀਂ, ਤੂੰ ਸਚਿਆਰਾ ਨਹੀਂ, ਤੂੰ ਕੁੜਿਆਰਾ ਹੈ। ਇਹ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹਨ ਵੇਲੇ ਪਹਿਲੇ ਪੰਕਤੀ ਵਿੱਚ ਸਵਾਲ ਉਠਾਇਆ ਜਾਂਦਾ ਹੈ ਕਿ ਮੈਂ ਕੁੜਿਆਰ ਹਾਂ, ਸਚਿਆਰਾ ਕਿਵੇਂ ਬਣਾ, ਕਿਵੇਂ ਸਚਿਆਰਾ ਹੋਈ ਹੈ। ਫਿਰ ਉਸ ਤੋਂ ਬਾਅਦ ਉਹਦਾ ਜਵਾਬ ਦਿੱਤਾ ਹੋਇਆ, ਜਵਾਬ ਦਿੱਤਾ ਹੁਕਮ ਰਜ਼ਾਈ ਚੱਲਣਾ। ਹੁਕਮ ਰਜ਼ਾ ਕਿਹਨੂੰ ਕਹਿੰਦੇ ਨੇ? ਰੱਬ ਜੀ ਦੇ ਨਿਯਮਾਂ ਨੂੰ। ਰੱਬ ਜੀ ਦੇ ਨਿਯਮ ਸੱਚੇ ਖਰੇ ਨੇ, ਸੱਤ ਨਾਮ ਨੇ, ਉਹਨਾਂ ਦੀ ਨਿਯਮਾਵਲੀ ਸੱਚੀ ਹੈ। ਟਰੂਥਫੁਲ ਲਿਵਿੰਗ ਵਾਸਤੇ, ਸੱਚਾ ਜੀਵਨ ਜੀਣ ਵਾਸਤੇ ਉਹਨਾਂ ਦੀ ਨਿਯਮਾਵਲੀ ਸੱਚੀ ਹੈ। ਜੇ ਤੂੰ ਰੱਬ ਜੀ ਦੇ ਨਿਯਮ ਵਿੱਚ ਨਹੀਂ ਰਹੇਗਾ ਤਾਂ ਤੂੰ ਦੁਖੀ ਹੋਏਗਾ। ਇਸ ਕਰਕੇ ਤੈਨੂੰ ਦਿਨ ਰਾਤ ਹੁਕਮ ਰਜ਼ਾਈ ਚੱਲਣਾ ਵਿੱਚ ਸਿਖਾਇਆ ਗਿਆ ਕਿ ਤੂੰ ਰਜ਼ਾ ਵਿੱਚ ਰਹਿਣਾ ਹੈ। ਸਾਧ ਸੰਗਤ ਜੀ, ਰਜ਼ਾ ਦਾ ਮਾਇਨਾ ਕੀ ਹੁੰਦਾ? ਤੁਸੀਂ ਮੈਂ ਅਸੀਂ ਸਾਰਿਆਂ ਨੇ ਇੰਝ ਸਮਝਿਆ ਹੋਇਆ, ਮੈਂ ਆਪਣੀ ਬੇਟੀ ਦਾ ਕਿੱਥੇ ਰਿਸ਼ਤਾ ਕੀਤਾ, ਉਹਨਾਂ ਨੇ ਸ਼ਰਾਬਾਂ ਪੀ ਕੇ ਮੇਰੀ ਬੇਟੀ ਨੂੰ ਮਾਰਿਆ, ਮੇਰੀ ਬੇਟੀ ਦੁਖੀ ਹੋ ਕੇ ਘਰ ਆਈ, ਮੈਂ ਕਿਹਾ ਜਿਵੇਂ ਰੱਬ ਜੀ ਦਾ ਪਾਣਾ। ਸਾਧ ਸੰਗਤ ਜੀ ਦੱਸੋ, ਇਹ ਰੱਬ ਜੀ ਦਾ ਪਾਣਾ ਕਿ ਉਹਦੇ ਸਹੁਰਿਆਂ ਦਾ, ਉਹਦੇ ਪਤੀ ਦਾ ਸ਼ਰਾਬ ਪੀ ਕੇ ਉਹਨੂੰ ਮਾਰਨਾ ਪਾਣਾ? ਇਹ ਰੱਬ ਜੀ ਦਾ ਪਾਣਾ ਨਹੀਂ ਹੈ, ਇਹ ਰੱਬ ਜੀ ਦੀ ਰਜ਼ਾ ਨਹੀਂ ਹੈ। ਦੋ ਭਰਾ ਲੜ ਪੈਣ, ਦੋ ਮਹੱਲੇ ਵਾਲੇ ਬੰਦੇ ਲੜ ਪੈਣ, ਦੋ ਕਲੋਨੀਆਂ ਵਾਲੇ, ਦੋ ਕੌਮਾਂ ਲੜ ਪੈਣ, ਇਹ ਰੱਬ ਜੀ ਦੀ ਰਜ਼ਾ ਪਾਣਾ ਨਹੀਂ ਹੈ। ਰੱਬ ਜੀ ਦੀ ਰਜ਼ਾ ਪਾਣਾ ਕਿਸ ਤਰ੍ਹਾਂ ਸਮਝੀਏ? ਲੋੜੈ ਦਾਖ ਬਿਜੋਰੀਆਂ, ਲੋੜੈ ਦਾਖ ਬਿਜੋਰੀਆਂ, ਕਿਕਰ ਬੀਜੈ ਜਟ, ਕਿਕਰ ਬੀਜੈ ਜਟ, ਲੋੜੈ ਦਾਖ ਬਿਜੋਰੀਆਂ, ਕਿਕਰ ਬੀਜੈ ਜਟ, ਹੰਡੈ ਉਨ ਕਤਾਇਂਦਾ, ਹੰਡੈ ਉਨ ਕਤਾਇਂਦਾ, ਪੈਂਦਾ ਲੋੜੈ
ਪੱਟ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ। ਇਹ ਰੱਬ ਜੀ ਦੀ ਰਜ਼ਾ ਪਾਣਾ ਹੈ ਕਿ ਤੂੰ ਜੋ ਬੀਜਿਆ ਉਹੀ ਨਿਕਲੇਗਾ। ਅੱਛਾ, ਅਸੀਂ ਆਪਣੀ ਜ਼ਿੰਦਗੀ 'ਚ ਬੀਜਦੇ ਕੀ ਹਾਂ? ਕਿੱਕਰ। ਕਿੱਕਰ ਦਾ ਮਤਲਬ ਕੀ ਹੈ? ਕੰਡੇ। ਜਦੋਂ ਮੈਂ ਕਿਸੇ ਵਾਸਤੇ ਬੁਰਾ ਸੋਚਦਾ ਨਾ, ਮੈਂ ਆਪਣੇ ਵਾਸਤੇ ਕੰਡੇ ਬੀਜ ਲਏ। ਮੈਂ ਬੇਚੈਨ ਰਵਾਂਗਾ, ਮੈਂ ਦੁਖੀ ਰਵਾਂਗਾ, ਮੈਂ ਦਿਨ ਰਾਤ ਉਹਦੇ ਵਾਸਤੇ ਭੈੜ, ਉਹਦੇ ਵਾਸਤੇ ਬਰਬਾਦੀ ਦੇ ਕਾਰਨ ਤਰੀਕੇ ਲੱਭਦਾ ਰਵਾਂਗਾ। ਫਰੀਦ ਜੀ ਕਹਿੰਦੇ ਨੇ ਲੋੜੈ ਦਾਖ ਬਿਜੋਰੀਆਂ। ਬਿਜੋਰੀਆਂ ਬਿਜੋਰ ਜਗ੍ਹਾ ਦਾ ਨਾਂ ਹੈ, ਔਰ ਉੱਥੇ ਦੇ ਅੰਗੂਰ, ਉੱਥੇ ਦੀ ਖੁੜਮਾਨੀ, ਉੱਥੇ ਦਾ ਆੜੂ ਬੜਾ ਮਸ਼ਹੂਰ ਹੈ। ਤਾਂ ਕਹਿੰਦੇ ਨੇ ਤੂੰ ਚਾਹੁੰਦਾ ਤੇ ਵਧੀਆ ਫਲ ਹੈ। ਲੋੜੈ ਦਾਖ ਬਿਜੋਰੀਆਂ, ਪਰ ਬੀਜਦਾ ਕਿੱਕਰ ਹੈ ਤੂੰ। ਕਿੱਕਰ ਬੀਜੈ ਜੱਟ। ਹੰਡੈ ਉੱਨ ਕਤਾਇਂਦਾ, ਤੇ ਜੈਸੀ ਤੂੰ ਉੱਨ ਕੱਤੀ ਹੈ ਵੈਸੀ ਤੈਨੂੰ ਪਾਣੀ ਪੈਂਦੀ ਹੈ। ਇਹਦਾ ਮਤਲਬ ਜਿਹਾ ਬੀਜੈ ਸੋ ਲੂਣੈ, ਕਰਮਾ ਸੰਦਲਾ ਖੇਤ। ਅੰਗਰੇਜ਼ੀ 'ਚ ਉਹਨੂੰ ਕਹਿੰਦੇ ਨੇ ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਜੈਸਾ ਬੀਜ ਬੀਜਦੇ ਹਾਂ ਵੈਸੀ ਹੀ ਫਸਲ ਉਗਦੀ ਹੈ। ਜੇਕਰ ਸਾਡੀ ਨੌਜਵਾਨ ਪਨੀਰੀ ਸ਼ਰਾਬ ਜ਼ਿਆਦਾ ਪੀਣ ਲੱਗ ਪਈ ਹੈ, ਤੁਸੀਂ ਸਾਰੇ ਪਿੰਡਾਂ 'ਚ ਰਹਿੰਦੇ ਹੋ, ਰੱਬ ਜੀ ਦਾ ਸ਼ੁਕਰ ਹੈ ਕਿ ਪਿੰਡ ਵਾਲੀਆਂ ਬੀਬੀਆਂ ਸ਼ਰਾਬ ਨਹੀਂ ਪੀਂਦੀਆਂ, ਪਰ ਸ਼ਹਿਰਾਂ ਵਿੱਚ ਬੀਬੀਆਂ ਸ਼ਰਾਬ ਪੀਣ ਲੱਗ ਪਈਆਂ ਹਨ। ਪਰ ਪਿੰਡਾਂ ਦੀ ਵੀ ਖੈਰ ਨਹੀਂ ਹੈ। ਜੇਕਰ ਪਿੰਡਾਂ ਦੇ ਵਿਚਕਾਰ ਸ਼ਰਾਬ ਪੀਤੀ ਜਾਏਗੀ ਤਾਂ ਨੌਜਵਾਨ ਪਨੀਰੀ ਵੀ ਪੀਏਗੀ, ਔਰ ਆਸਤਾ ਆਸਤਾ ਨੌਜਵਾਨ ਪਨੀਰੀ ਦੇ ਨਾਲ ਬੀਬੀਆਂ ਵੀ ਰਲੀ ਜਾਣਗੀਆਂ। ਹੁਣੇ ਤੱਕ ਤੇ ਮੈਂ ਸੁਣਿਆ ਸੀ ਕਿ ਸ਼ਾਮੀ ਪੀਂਦੇ ਸਨ, ਆਸਤਾ ਆਸਤਾ ਸਵੇਰੇ ਵੀ ਸ਼ੁਰੂ ਹੋ ਜਾਣਗੇ। ਕਈ ਘਰਾਂ ਵਿੱਚ ਸਵੇਰ ਚੜ੍ਹਨ ਸਾਰ ਸ਼ੁਰੂ ਹੋ ਜਾਂਦੇ ਨੇ। ਸਾਨੂੰ ਗੁਰੂ ਪਾਤਸ਼ਾਹ ਨੇ ਨਸ਼ੇ ਤੋਂ ਬਚਾਇਆ ਸੀ। ਤੁਸੀਂ ਦੇਖਦੇ ਹੋ ਜਿਹੜੇ ਲੋਕੀ ਸਿਗਰਟ ਪੀਂਦੇ ਨੇ, ਹੁੱਕਾ ਪੀਂਦੇ ਨੇ, ਸਵੇਰੇ ਅੱਖਾਂ ਖੁੱਲ੍ਹਣ ਸਾਰ ਉਹਨਾਂ ਨੂੰ ਰੱਬ ਯਾਦ ਨਹੀਂ ਆਉਂਦਾ। ਸਿਰਹਾਣੇ ਦੇ ਥੱਲੇ ਬੀੜੀ ਸਿਗਰਟ ਰੱਖੀ ਹੁੰਦੀ ਹੈ, ਇਸ ਪਾਸੇ ਹੁੱਕਾ ਰੱਖਿਆ ਹੁੰਦਾ ਹੈ। ਸਭ ਤੋਂ ਪਹਿਲਾਂ ਉਹਦਾ ਘੁੱਟ ਲਾਉਂਦੇ ਨੇ, ਉਹਦਾ ਧੂੰਆਂ ਸੁੰਘਦੇ ਨੇ। ਗੁਰੂ ਪਾਤਸ਼ਾਹ ਨੇ ਸਾਨੂੰ ਬਚਾਇਆ ਹੈ। ਲੇਕਿਨ ਜੇ ਅਸੀਂ ਸ਼ਰਾਬਾਂ 'ਚ ਮਸਤ ਰਹੇ ਨਾ, ਤਾਂ ਅਸੀਂ ਸ਼ਰਾਬਾਂ ਬੀਜੀਆਂ। ਅਸੀਂ ਬੀਜਦੇ ਕਿਸ ਤਰ੍ਹਾਂ ਸ਼ਰਾਬ? ਸਾਡੇ ਘਰ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ, ਅਸੀਂ ਸ਼ਰਾਬਾਂ ਵੰਡਦੇ ਹਾਂ। ਕਈਆਂ ਨੂੰ ਮੈਂ ਕਹਿੰਦਿਆਂ ਸੁਣਿਆ, ਅਸੀਂ ਨਹੀਂ ਪੀਂਦੇ ਹਾਂ, ਜਿਹੜੇ ਆਉਣਗੇ ਉਹਨਾਂ ਵਾਸਤੇ ਰੱਖਦੇ ਹਾਂ। ਸਾਧ ਸੰਗਤ ਜੀ, ਜੇ ਸ਼ਰਾਬ ਤੁਸੀਂ ਨਹੀਂ ਪੀਂਦੇ ਹੋ, ਸ਼ਰਾਬ ਜ਼ਹਿਰ ਹੈ, ਤਾਂ ਰਿਸ਼ਤੇਦਾਰਾਂ ਨੂੰ ਕਿਉਂ ਪਿਲਾਉਂਦੇ ਹੋ? ਲੇਕਿਨ ਅਸੀਂ ਇੱਕ ਹੈ ਬੀਜ ਬੀਜਿਆ, ਸਾਡੇ ਘਰ ਵਿੱਚ ਇਹ ਬੀਜ ਦੀ ਪਿਰਤ ਪੈ ਗਈ ਕਿ ਮੈਂ ਰਿਸ਼ਤੇਦਾਰਾਂ ਨੂੰ, ਦੋਸਤਾਂ ਯਾਰਾਂ ਨੂੰ ਪਿਲਾਈ, ਮੇਰੇ ਬੱਚੇ ਨੇ ਦੇਖ ਲਿਆ। ਇੱਕ ਵਾਰੀ ਮੈਂ ਗੱਲ ਸਾਂਝ ਕੀਤੀ ਸੀ, BBC ਰੇਡੀਓ ਵਾਲਿਆਂ ਨੇ ਮੈਨੂੰ ਇੰਟਰਵਿਊ ਲਈ ਕਿ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਪੁਰਬ ਹੈ, ਤੁਹਾਡਾ ਕੀ ਖਿਆਲ ਹੈ? ਉਹਨਾਂ ਨੇ ਮੈਨੂੰ ਪੁੱਛਿਆ। ਮੈਂ ਉਹਨਾਂ ਨੂੰ ਕਿਹਾ, ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ 'ਚ ਚਿਣਿਆ ਸੀ ਔਰੰਗਜ਼ੇਬ ਨੇ, ਉਸ ਦੇ ਜ਼ੁਲਮ ਹੇਠਾਂ ਇਹ ਕੰਮ ਹੋਇਆ। ਅਤੇ ਜੇਕਰ ਮੈਂ ਇਹ ਸਾਖੀ ਸੁਣੀ ਹੈ ਕਿ ਜਦੋਂ ਉਹਨਾਂ ਨੂੰ ਦੀਵਾਰਾਂ 'ਚ ਚਿਣਿਆ ਗਿਆ ਤਾਂ ਦੀਵਾਰ ਸਿੱਧੀ ਨਹੀਂ ਸੀ ਬਣ ਰਹੀ, ਤਾਂ ਉਹਨਾਂ ਦੇ ਗੋਡੇ ਛਿੱਲਣੇ ਪਏ। ਇਹ ਮੈਂ ਸੁਣਿਆ ਇਤਿਹਾਸ। ਸਾਧ ਸੰਗਤ ਜੀ, ਜਦੋਂ ਅਸੀਂ ਅੱਜ ਦੀ ਤਰੀਕ ਵਿੱਚ ਆਪਣੇ ਘਰ ਵਿੱਚ ਸ਼ਰਾਬ ਪੀਂਦੇ ਹਾਂ, ਸ਼ਰਾਬ ਕੱਢਦੇ ਹਾਂ, ਸ਼ਰਾਬ ਲਿਆਉਂਦੇ ਹਾਂ, ਸ਼ਰਾਬ ਸਜਾਉਂਦੇ ਹਾਂ, ਸ਼ਰਾਬ ਲੋਕਾਂ ਨੂੰ ਵਰਤਾਉਂਦੇ ਹਾਂ, ਤਾਂ ਉਸ ਵੇਲੇ ਅਸੀਂ ਆਪਣੇ ਨੌਜਵਾਨ ਬੱਚਿਆਂ ਦੇ ਗੋਡੇ ਹੀ ਛਿੱਲਦੇ ਹਾਂ। ਅਸੀਂ ਉਹਨਾਂ ਨੂੰ ਔਰੰਗਜ਼ੇਬ ਬਣ ਕੇ ਜੀਂਦੇ ਜੀ ਦੀਵਾਰ ਵਿੱਚ ਹੀ ਚਿਣਦੇ ਹਾਂ। ਤਾਂ ਹੀ ਉਹ ਵੱਡਾ ਹੋ ਕੇ ਨਸ਼ਾ ਕਰਦਾ ਹੈ, ਤਾਂ ਹੀ ਉਹ ਵੱਡਾ ਹੋ ਕੇ ਘਰੋਂ ਦੂਰ ਚਲਾ ਜਾਂਦਾ ਹੈ। ਸਾਡੇ ਘਰ ਬਰਬਾਦ ਹੋ ਜਾਂਦੇ ਨੇ। ਸ਼ਰਾਬਾਂ ਪੀ ਕੇ ਉਹ ਸਾਡੀਆਂ ਨੂੰਹਾਂ ਧੀਆਂ ਭੈਣਾਂ ਨੂੰ ਮਾਰਦੇ ਨੇ।
ਗਲੀ ਗਲੀ ਵਿੱਚ ਗਾਲਾਂ ਕੱਢਦੇ ਨੇ, ਨਾਲੀਆਂ 'ਚ ਡਿੱਗੇ ਹੁੰਦੇ ਨੇ। ਇਹ ਅਸੀਂ ਬੀਜਿਆ। ਲੇਕਿਨ ਰਜ਼ਾ ਕਹਿੰਦੀ ਹੈ ਜੈਸਾ ਬੀਜੋਗੇ ਵੈਸਾ ਫਲ ਨਿਕਲੇਗਾ। ਇਹਨੂੰ ਰਜ਼ਾ ਕਹਿੰਦੇ ਨੇ। ਸੋ ਮੈਂ ਸਾਂਝ ਕੀਤੀ, ਰਜ਼ਾ ਕੀ ਹੁੰਦੀ ਹੈ? ਰਜ਼ਾ ਹੁੰਦੀ ਹੈ ਅੰਬ ਬੀਜੋ ਅੰਬ ਨਿਕਲਣਗੇ, ਨਿੰਮ ਔਰ ਕਿੱਕਰ ਬੀਜੋਗੇ ਤਾਂ ਨਿੰਮ ਔਰ ਕਿੱਕਰ ਨਿਕਲਣਗੇ। ਜੇਕਰ ਵੱਡੇ ਗਾਲਾਂ ਕੱਢਦੇ ਹਨ ਤਾਂ ਬੱਚੇ ਜ਼ਰੂਰ ਗਾਲਾਂ ਕੱਢਣਗੇ। ਕੀ ਬੀਜਿਆ? ਗਾਲਾਂ, ਮਿੱਠੇ ਬੋਲ ਨਹੀਂ ਬੀਜੇ। ਜੋ ਬੀਜਦੇ ਹਾਂ ਉਹੀ ਨਿਕਲੇਗਾ। ਇਹਨੂੰ ਕੁਦਰਤ ਦੇ ਨਿਯਮ ਵਿੱਚ ਰਜ਼ਾ ਹੁਕਮ ਪਾਣਾ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਸੁੱਖ ਔਰ ਚੈਨ ਚਾਹੁੰਦਾ ਨਾ ਤਾਂ ਤੈਨੂੰ ਹੁਕਮ ਰਜ਼ਾ ਪਾਣਾ। ਇਹ ਵਾਲਾ ਸਮਝਣਾ ਪਏਗਾ ਕਿ ਮੈਨੂੰ ਕਰ ਭਲਾ ਹੋ ਭਲਾ ਵਾਲਾ ਜੀਵਨ ਸਿੱਖਣਾ ਪਏਗਾ। ਮੈਨੂੰ ਤਪਦਾ ਪਰਉਪਕਾਰ ਨੂੰ ਵਾਲਾ ਜੀਵਨ ਸਿੱਖਣਾ ਪਏਗਾ। ਮੈਨੂੰ ਹਰ ਕਿਸੇ ਦਾ ਭਲਾ ਸਿੱਖਣਾ ਪਏਗਾ। ਤੇਰੇ ਪਾਣਾ ਸਰਬੱਤ ਦਾ ਭਲਾ ਸਿੱਖਣਾ ਪਏਗਾ। ਸਾਧ ਸੰਗਤ ਜੀ, ਜੇ ਅਸੀਂ ਭਲਾ ਲੋਚਦੇ ਹਾਂ ਤਾਂ ਸਾਨੂੰ ਪ੍ਰੈਕਟਿਸ ਕਰਨੀ ਪਏਗੀ ਕਿ ਮੈਂ ਜ਼ਾਤ ਪਾਤ ਵਾਲੇ ਸਿਸਟਮ ਨੂੰ ਨਹੀਂ ਅਪਣਾਉਣਾ। ਮੈਂ ਆਪਣੇ ਆਸ-ਪਾਸ ਬਰਾਦਰੀ ਔਰ ਸਮਾਜ ਵਿੱਚ ਜੱਟ ਪਾਪੇ ਦਾ, ਰਾਮਗੜੀਏ ਅਰੋੜੇ ਦਾ, ਖੱਤਰੀ ਦਾ, ਇਸ ਤਰੀਕੇ ਦਾ ਜਿਹੜਾ ਵਿਤਕਰਾ ਪਿਆ ਹੋਇਆ ਮੈਂ ਉਹ ਨਹੀਂ ਕਰਨਾ। ਕਿਸੇ ਨੇ ਕਿਸੇ ਨੂੰ ਕਹਿ ਦਿੱਤਾ ਉਹ ਮੁੰਡਾ ਤੇ ਚਮਾਰਾਂ ਦਾ ਹੈ। ਮੈਂ ਪੁੱਛਿਆ ਅੱਛਾ ਜੀ ਚਮਾਰ ਕਿਹਨੂੰ ਕਹਿੰਦੇ ਨੇ? ਕਹਿੰਦੇ ਗੰਦਗੀ ਚੁੱਕਦੇ ਨੇ। ਮੈਂ ਕਿਹਾ ਅੱਛਾ ਫਿਰ ਮੇਰੀ ਮਾਂ ਚਮਾਰ ਹੈ ਕਿਉਂਕਿ ਮੇਰੀ ਗੰਦਗੀ ਚੁੱਕਦੀ ਸੀ ਉਹ। ਗੰਦਗੀ ਚੁੱਕਣ ਦੇ ਨਾਲ, ਕੋਈ ਵੀ ਕੰਮ ਕਰਨ ਦੇ ਨਾਲ ਮਨੁੱਖ ਦੀ ਜ਼ਾਤ ਲਗਾਉਣਾ ਮਹਾ ਪਾਪ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਵਿੱਚ ਰੱਬ ਜੀ ਵਸਦੇ ਨੇ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸੋ ਜੇ ਤੂੰ ਰਜ਼ਾ ਚਾਹੁੰਦਾ ਹੈ ਔਰ ਰਜ਼ਾ ਮੁਤਾਬਕ ਕੁੜਿਆਰ ਤੋਂ ਸਚਿਆਰ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਇਹ ਵਾਲਾ ਨਿਯਮ ਸਿੱਖਣਾ ਪਏਗਾ ਕਿ ਮੈਂ ਸਾਰਿਆਂ ਮਨੁੱਖਾਂ ਵਿੱਚ ਰੱਬ ਵਾਹਿਗੁਰੂ ਗੋਡ ਖੁਦਾ ਵੇਖਣਾ ਹੈ। ਸਾਧ ਸੰਗਤ ਜੀ, ਜਦੋਂ ਇੰਝ ਵੇਖਣ ਦੀ ਅੱਖ ਬਣ ਜਾਏ, ਇੰਝ ਸਾਰਿਆਂ ਦੇ ਵਿਚਕਾਰ ਰੱਬ ਵੇਖਣ ਦਾ ਸੁਭਾਅ ਬਣ ਜਾਏ, ਇਹਨੂੰ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ। ਪਰ ਜੇ ਮੈਂ ਲਫ਼ਜ਼ ਇੱਥੋਂ ਲਫ਼ਜ਼ ਵਰਤਾਂ ਜਪ ਮਨ ਸਤਨਾਮ 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 ਇੱਥੋਂ ਕਰਾਂ ਤਾਂ ਗੱਲ ਕਰਨ ਵੇਲੇ ਤਾਂ ਮੈਨੂੰ ਗੱਲ ਕਰਨੀ ਪਏਗੀ ਨਾ, ਤਾਂ ਫਿਰ ਉਹ ਸਦਾ ਨਹੀਂ ਰਹੇਗਾ, ਗੱਲ ਮੇਰੀ ਟੁੱਟ ਜਾਏਗੀ। ਲਫ਼ਜ਼ੀ ਰਟਨ ਨੂੰ ਜਪ ਨਹੀਂ ਕਹਿੰਦੇ ਨੇ, ਉਸ ਗੱਲ ਨੂੰ ਦ੍ਰਿੜ ਕਰ ਲੈਣਾ ਔਰ ਉਹਦੇ ਵਿੱਚ ਧੁਨ ਲੱਗੀ ਰਹਿਣਾ। ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਨਾਮ ਅਸੀਂ ਕੀ ਸਮਝਿਆ? ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਖਾਣੀ ਹੈ, ਉਹਨੂੰ ਸੱਚ ਦੀ ਸੰਗਤ ਕਹਿੰਦੇ ਨੇ। ਜਿੱਥੇ ਇੱਕੋ ਰੱਬ ਜੀ ਦੀ ਗੱਲ ਕੀਤੀ ਜਾਂਦੀ ਹੈ। ਸਾਧ ਸੰਗਤ ਜੀ, ਜੇ ਅਸੀਂ ਕਿੱਥੇ ਬੈਠੇ ਹੋਈਏ ਔਰ ਸਾਨੂੰ ਕੋਈ ਕਵੇ ਸਿੱਖਾਂ ਦਾ ਰੱਬ ਵੱਖਰਾ, ਹਿੰਦੂਆਂ ਦਾ ਵੱਖਰਾ, ਮੁਸਲਮਾਨਾਂ ਦਾ ਵੱਖਰਾ, ਤਾਂ ਫਿਰ ਉਹ ਸਤਸੰਗਤ ਨਹੀਂ ਹੈ। ਅੱਛਾ, ਅਸੀਂ ਸੰਗਤ ਕਿਹਦੀ ਕਰਦੇ ਹਾਂ? ਮਨੁੱਖਾਂ ਦੀ ਸੰਗਤ ਨਹੀਂ ਕਰਦੇ ਹਾਂ। ਇਹ ਭੁਲੇਖਾ ਲਾ ਦਿਓ ਕਿ ਲੋਕਾਂ ਦੇ ਵਿਚਕਾਰ ਜਾ ਕੇ ਬੈਠ ਜਾਣ ਨੂੰ ਸੰਗਤ ਕਹਿੰਦੇ ਨੇ। ਨਹੀਂ, ਗੁਰਬਾਣੀ ਕਹਿੰਦੀ ਹੈ ਸੰਗਤ ਕਰਦੇ ਹਾਂ ਸੁਰਤ ਕਰਕੇ, ਸਰੀਰਾਂ ਦੀ ਸੰਗਤ ਨਹੀਂ ਕਰਦੇ ਹਾਂ। ਸੰਗਤ ਕਰਦੇ ਹਾਂ ਸੁਰਤ ਕਰਕੇ, ਅਤੇ ਸੁਰਤ ਕਰਕੇ ਸੰਗਤ ਕਰਦੇ ਹਾਂ ਗੁਰੂ ਦੀ। ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨਾ। ਜਿਹੜੀ ਮੇਰੀ ਸੁਰਤ ਲਗਾਤਾਰ ਜਿਸ ਪਾਸੇ ਰਹਿੰਦੀ ਹੈ ਉਹਦੀ ਸੰਗਤ ਕਰਦੀ ਹੈ। ਅਤੇ ਮੈਨੂੰ ਕਿਹਦੀ ਸੰਗਤ ਕਰਨੀ ਹੈ? ਸਤਿਗੁਰ ਦੀ। ਬਾਣੀ ਕਹਿੰਦੀ ਹੈ ਸਤਿਗੁਰ ਬਾਝੋਂ ਸੰਗਤ ਨਾ ਹੋਵੇ। ਸੋ ਅਸੀਂ ਮਨੁੱਖਾਂ ਦੀ ਸੰਗਤ ਨਹੀਂ ਕਰਦੇ ਹਾਂ, ਅਸੀਂ ਕਿਹਦੀ ਸੰਗਤ ਕਰਦੇ ਹਾਂ? ਸਤਿਗੁਰ ਦੀ।
ਜਦੋਂ ਅਸੀਂ ਸਤਿਗੁਰ ਦੀ ਸੰਗਤ ਕਰਦੇ ਹਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਖਾਣੀ ਹੈ। ਸਤਿਗੁਰ ਇੱਕੋ ਰੱਬ ਦੀ ਗੱਲ ਕਰੇਗਾ। ਹੁਣ ਉਹ ਏਕੋ ਨਾਮ ਕੀ ਹੈ? ਕਹਿੰਦੇ ਏਕੋ ਨਾਮ ਹੁਕਮ ਹੈ। ਹੁਕਮ ਕੀ ਹੁੰਦਾ ਹੈ? ਰਜ਼ਾ, ਨਿਯਮ, ਭਾਣਾ। ਏਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ, ਜੀ ਉਹ ਸਤਿਗੁਰ ਸਮਝਾ ਦੇਗਾ। ਸਾਡੀ ਪਿਛਲੇ ਹਫਤੇ ਕਲਾਸ ਹੋਈ, ਅਸੀਂ ਹਰ ਸ਼ੁੱਕਰਵਾਰ ਕਲਾਸ ਕਰਦੇ ਹਾਂ ਔਰ ਦਿੱਲੀ ਵਿੱਚ, ਔਰ ਉਸ ਕਲਾਸ ਵਿੱਚ ਨੌਜਵਾਨ ਬੱਚਿਆਂ ਵੱਲੋਂ ਸਵਾਲ ਉੱਠਿਆ, ਵੀਰ ਜੀ ਹੁਕਮ ਰਜ਼ਾ ਭਾਣਾ ਕਿਵੇਂ ਸਮਝੀਏ? ਤਾਂ ਮੈਂ ਸਾਦਾ ਜਿਹਾ ਆਨਸਰ ਕੀਤਾ, ਜੇ ਤੂੰ ਰੱਬ ਜੀ ਦੇ ਮਾਰਗ 'ਤੇ ਟੁਰਨਾ ਚਾਹੁੰਦਾ ਹੈ ਤਾਂ ਰੱਬ ਜੀ ਦੇ ਨਿਯਮ ਮੰਨਣੇ ਪੈਣਗੇ। ਫਾਇਦਾ ਕੀ ਹੋਏਗਾ? ਹਾਲਤ ਸੁਖ ਪਲਤ ਸੁਖ, दिन रात तू सुखी हो जाएगा। पर जे तू अपनी मन की मर्जी करेगा, जिन्हों मन की मत कहते हैं, तो तू बेचैन होएगा। इन्होंने पूछा कि मतलब? मैं मतलब दसिया, फर्ज करो मैं इस बंदे नाल नफरत करा, मनु सतगुर के भाने चलना सिखाया, मन मेरे सतगुर के भाने चल। सतगुर कहता किसी नाल नफरत ना करया कर, यह सतगुर का भाना है। ਹੁਣੇ ਤੱਕ ਤਾਂ ਅਸੀਂ ਸਮਝ ਰਹੇ ਸੀ ਸਤਿਗੁਰ ਦਾ ਪਾਣਾ ਹੈ, ਮੇਰੀ ਧੀ ਨੂੰ ਮਾਰਿਆ ਤੇ ਸਤਿਗੁਰ ਦਾ ਪਾਣਾ ਹੈ, ਦੋ ਕੌਮਾਂ ਲੜ ਪਈਆਂ ਸਤਿਗੁਰ ਦਾ ਪਾਣਾ ਹੈ, ਐਕਸੀਡੈਂਟ ਹੋ ਗਿਆ ਸਤਿਗੁਰ ਦਾ ਪਾਣਾ ਹੈ। ਅਸੀਂ ਇਹ ਸਮਝ ਰਹੇ ਸੀ ਨਾ? ਨਹੀਂ 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 ਨਹੀਂ। ਸਤਿਗੁਰ ਮੈਨੂੰ ਕਹਿੰਦਾ ਹੈ ਨਿਰਵੈਰ ਰਿਹਾ ਕਰ, ਵੈਰ ਨਾ ਪਾਲਿਆ ਕਰ। ਮਨ ਉੱਤੇ, ਮੋਢੇ ਉੱਤੇ ਗੁੱਸਾ ਨਾ ਹੰਡਾਇਆ ਕਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। हर वेले गुस्सा चुक चुक के फिरते रहना, ਉਹਦਾ पुराना वैर पालते रहना नहीं है, छड्ड दे। सतगुर का हुक्म है। सतगुर मैनू कहता वैर ना पालिया कर, जे मैं नहीं पालांगा मैं सुखी, पर जे मैं पालांगा तो मैं दुखी। फिर मैनू चंगे फल नहीं मिलणगे, दाख बिजोरियां वाला सुख नहीं मिलेगा। लोड़ है दाख बिजोरियां। मनु किकर वाले, किकर बीजे जट वाला कंडे चुभणगे। जट का मतलब किसी मनुख नूं नहीं कहते ने, जट का मतलब होंदा मन। मेरा मन जैसा बीजा बीजदा है वैसा हो जाता है। सो जे मैं सुखी होना चाहता हाँ तो मैनू इहदे नाल या किसी नाल भी नफरत ते वैर छड्डना पवेगा। बदला लैन की भावना छड्डनी पवेगी। कल राती असी गल कीती सी कि साडे घर दी बीबी जे बाणी ना पढ़े, बाणी नूं ना समझे, वो चली जाती है पीर बाबे कोल, संत बाबे कोल, किसी तांत्रिक बाबे कोल। तांत्रिक बाबा कहता है तुहाडे घर विच है सुख नहीं है, सुख नहीं है, औलाद नहीं है, ये नहीं है, वो नहीं है, तुहाडी दराणी जठानी ने तुहानूं कुछ कीता है, तुहाडी सस ने कुछ कीता है, तुहाडे महल्ले अंदर एक बुढ़ी रहिंदी उन्हें कुछ कीता है। तो साडी उन्हां सारिआं नाल नफरत हो जाती है, साडी उन्हां सारिआं दे नाल लड़ाई हो जाती है, असी बेचैन हो जाते हैं और दूरियां वध जांदियां। सतगुर कहता इंज कुछ होंदा ही नहीं है। ना थित्तां होंदियां, ना वार होंदे ने, ना धागे तवीत होंदे ने, जादू टूणे होंदे ने, ना लाल नीले पत्थर होंदे ने, ना कोई खास तरीक होंदी है, ना कोई खास रुत होंदी है। तू रब जी दे भाणे रंग विच रिहा कर, कोई किसी दा कुछ नहीं बिगाड़ सकदा। साध संगत जी मैनू तुसी बुला सकदे हो, जे तुहानूं चौक उत्ते कोई डूणा पिया मिले, डरन दी लोड़ नहीं है। जो ਉਹਦੇ ਸਮੋਸਾ ਪਿਆ ਹੋਵੇ, ਪੰਜੀਰੀ ਪਈ ਹੋਵੇ, ਲੱਡੂ ਪਏ ਹੋਣ, ਸਾਨੂੰ ਬੁਲਾਣਾ, ਅਸੀਂ ਤੁਹਾਡੇ ਸਾਹਮਣੇ ਖਾ ਕੇ ਵਿਖਾ ਦਿਆਂਗੇ ਔਰ ਕੋਈ ਭੂਤ ਪ੍ਰੇਤ ਨਹੀਂ ਚਮੜੇਗਾ। ਸੰਗਤਾਂ ਡਰਦੀਆਂ ਹਨ। ਦਿਨ ਰਾਤ ਨਿੱਕੀ ਨਿੱਕੀ ਗੱਲ ਤੇ ਡਰਨਾ। ਇੰਨਾ ਸੋਹਣਾ ਆਲੀਸ਼ਾਨ ਮਕਾਨ ਬਣਾਇਆ, ਬਾਹਰ ਸੜਿਆ ਹੋਇਆ ਘੜਾ ਟੰਗ ਦਿੰਦੇ ਨੇ, ਹਾਈ ਨਜ਼ਰ ਨਾ ਲੱਗ ਜਾਏ, ਨਜ਼ਰ ਵੱਟੂ ਬੰਨ ਦਿੰਦੇ ਨੇ ਨਾ।
ਕਾਰ ਚਲਾਉਂਦੇ ਨੇ, ਨਵੀਂ ਨਵੀਂ ਕਾਰ ਲੈ ਕੇ ਆਉਂਦੇ ਨੇ, ਉਹਨੂੰ ਪਰਾਂਦੀਆਂ ਬੰਨ੍ਹ ਦਿੰਦੇ ਨੇ, ਉਹਨੂੰ ਗੁਰਦੁਆਰੇ ਲਿਜਾ ਕੇ ਇੰਜ ਅੰਮ੍ਰਿਤ ਛਕਦੇ। ਸਾਧ ਸੰਗਤ ਜੀ, ਇੰਜ ਅੰਮ੍ਰਿਤ ਛਣਕਣ ਨਾਲ ਕੁਛ ਨਹੀਂ ਹੁੰਦਾ, ਕਾਰ ਤੂੰ ਸਿੱਧੀ ਚਲਾਇਆ ਕਰ। ਇੱਕ ਸਿਆਣੇ ਨੇ ਕਿਸੇ ਨੂੰ ਕਿਹਾ ਮੇਰੇ ਕਾਕੇ ਵਾਸਤੇ ਅਰਦਾਸ ਕਰ ਦਿਓ। ਉਹਨਾਂ ਨੇ ਕਿਹਾ ਕਿਉਂ? ਕਹਿੰਦੇ ਦੇਰ ਰਾਤ ਤੱਕ ਕਾਰ ਚਲਾਉਂਦਾ ਹੈ, ਕਿਧਰੇ ਐਕਸੀਡੈਂਟ ਨਾ ਹੋ ਜਾਏ, ਇਹ ਬੜੀ ਤੇਜ਼ ਚਲਾਉਂਦਾ ਹੈ। ਉਹ ਸਿਆਣੇ ਨੇ ਪਤਾ ਕੀ ਜਵਾਬ ਦਿੱਤਾ? ਕਹਿੰਦਾ ਮੇਰੀ ਅਰਦਾਸ ਵੀ 50 ਤੱਕ ਹੀ ਚੱਲਦੀ ਹੈ, ਜੇ 50 ਤੋਂ ਉੱਤੇ ਚਲਾਏਗਾ ਤਾਂ ਟੱਕਰ ਹੋ ਜਾਏਗੀ, ਇਸ ਤੋਂ ਅੱਗੇ ਅਰਦਾਸ ਮੇਰੀ ਕੋਈ ਨਹੀਂ ਚੱਲਦੀ। ਸਾਧ ਸੰਗਤ ਜੀ, ਇਹ ਸਭ ਗੱਲਾਂ ਖਰੀਆਂ ਨੇ, ਸੱਚੀਆਂ ਨੇ, ਸਾਨੂੰ ਨਿਰਭਉ ਬਣਾਉਂਦੀਆਂ ਨੇ, ਸਾਨੂੰ ਟਿਕਾ ਸਿਖਾਉਂਦੀਆਂ ਨੇ, ਸਾਡਾ ਮਨ ਸੁਖੀ ਕਰਦੀਆਂ ਨੇ। ਜਪ ਮਨ ਸਤਨਾਮ ਸਦਾ ਸਤਨਾਮ, ਸੱਚ ਦੇ ਨਿਯਮ ਵਿੱਚ ਰਿਹਾ ਕਰ, ਤਾਂ ਹੁਕਮ ਰਜ਼ਾ ਭਾਣੇ ਵਿੱਚ ਰਹੇਗਾ, ਚੈਨ ਤੈਨੂੰ ਆਏਗਾ। ਜੇ ਮੈਂ ਇਹਦੇ ਨਾਲ ਨਫ਼ਰਤ ਕਰਾਂ ਤਾਂ ਫਲ ਇਹ ਨਿਕਲੇਗਾ ਕਿ ਮੈਂ ਬੇਚੈਨ ਜ਼ਰੂਰ ਹੋਵਾਂਗਾ, ਮੈਂ ਦਿਨ ਰਾਤ ਦੁਖੀ ਜ਼ਰੂਰ ਰਵਾਂਗਾ, ਔਰ ਮੈਂ ਲੋਕਾਂ ਨੂੰ ਇਹਦੀ ਨਿੰਦਾ ਵੀ ਜ਼ਰੂਰ ਕਰਾਂਗਾ। ਇਹ ਜਿਹੜੀ ਸਿੱਧੀ ਗੱਲ ਵੀ ਕਵੇਗਾ, ਮੈਂ ਲੋਕਾਂ ਨੂੰ ਉਹ ਪੁੱਠੀ ਪੇਸ਼ ਕਰਾਂਗਾ। ਕਿਉਂ? ਕਿਉਂਕਿ ਮੈਨੂੰ ਇਹਦੇ ਨਾਲ ਨਫ਼ਰਤ ਹੈ, ਮੈਨੂੰ ਮਾਫ਼ ਨਹੀਂ ਕੀਤਾ। ਜੋ ਮਾਫ਼ ਕਰ ਸਕਦਾ ਉਹਨੂੰ ਸੂਰਮਾ ਕਹਿੰਦੇ ਨੇ। ਗਲੀ ਵਿੱਚ ਦੋ ਬੰਦੇ ਲੜ ਪੈਣ, ਉਹ ਸੂਰਮੇ ਦੀ ਗੱਲ ਨਹੀਂ ਚੱਲ ਰਹੀ। ਮਾਫ਼ ਕਰਨਾ ਬੜਾ ਵੱਡਾ ਸੂਰਮ ਗਤੀ ਦਾ ਫਰਜ਼ ਹੁੰਦਾ ਹੈ। ਇਹਦੇ ਨਾਲ ਫਾਇਦਾ ਕੀ ਹੁੰਦਾ ਹੈ? ਹਾਲਤ ਪਲਤ ਮੁੱਖ ਉਜਲ ਹੋਈ ਹੈ। ਸਾਧ ਸੰਗਤ ਜੀ, ਇਸ ਮੁੱਖ ਦੀ ਗੱਲ ਨਹੀਂ ਚੱਲ ਰਹੀ, ਮਨ ਰੂਪੀ ਮੁੱਖ ਰੱਬ ਜੀ ਦੀ ਦਰਗਾਹ 'ਚ ਉਜਲਾ ਹੋ ਜਾਂਦਾ ਹੈ, ਖਿੜ ਜਾਂਦਾ ਹੈ। ਹਾਲਤ ਕਿਹਨੂੰ ਕਹਿੰਦੇ ਨੇ, ਪਲਤ ਕਿਹਨੂੰ ਕਹਿੰਦੇ ਨੇ? ਹਾਲਤ ਤੇ ਪਲਤ ਦਾ ਮਤਲਬ ਹੁੰਦਾ ਹੈ ਅੰਦਰ ਤੇ ਬਾਹਰ, ਲੋਕ ਤੇ ਪਰਲੋਕ। ਪਰ ਲੋਕੀ ਪਰਲੋਕ ਸਮਝਦੇ ਨੇ ਬਾਹਰ, ਮਰਨ ਤੋਂ ਬਾਅਦ। ਗੁਰਬਾਣੀ ਅਨੁਸਾਰ ਪਰਲੋਕ ਹੁੰਦਾ ਹੈ ਅੰਦਰ। ਕਿਉਂ ਅੰਦਰ ਹੁੰਦਾ ਹੈ? ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੂੜੈ, ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੈ, ਵਸੀ ਰੱਬ ਹਿਆਲੀਐ, ਵਸੀ ਰੱਬ ਹਿਆਲੀਐ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ, ਜੰਗਲ ਕਿਆ ਢੂੰਡੇ, ਜੰਗਲ ਕਿਆ ਢੂੰਡੇ। ਬਾਹਰ ਕੀ ਲੱਭਦਾ? ਵਸੀ ਰੱਬ ਹਿਆਲੀਏ। ਸਾਧ ਸੰਗਤ ਜੀ, ਬਹੁਤ ਸੌਖੀ ਸਾਦੀ ਗੱਲ ਹੈ। ਬਾਣੀ ਕਹਿ ਰਹੀ ਹੈ ਰੱਬ ਹਿਰਦੇ ਵਿੱਚ ਵਸਦਾ ਹੈ, ਖੁਦਾ ਤੇਰੇ ਦਿਲ ਮੇਂ ਰਹਿਤਾ ਹੈ, ਰੱਬ ਤੇਰੇ ਹਿਰਦੇ ਵਿੱਚ ਵਸਦਾ ਹੈ। ਸਾਧ ਸੰਗਤ ਜੀ, ਫਿਰ ਮਰਨ ਤੋਂ ਬਾਅਦ ਕਿਹੜੀ ਦਰਗਾਹ ਹੋਈ? ਜੇ ਰੱਬ ਮੇਰੇ ਅੰਦਰ ਵਸਦਾ ਹੈ ਤਾਂ ਉਹਨੂੰ ਹੀ ਪਰਲੋਕ ਕਹਿੰਦੇ ਨੇ। ਰੱਬ ਮੇਰੇ ਅੰਦਰ ਵਸਦਾ ਹੈ, ਉਹਨੂੰ ਹੀ ਬੈਕੁੰਠ ਕਹਿੰਦੇ ਨੇ। ਰੱਬ ਮੇਰੇ ਅੰਦਰ ਵਸਦਾ ਹੈ, ਉਸੀ ਅਵਸਥਾ ਨੂੰ ਸੱਚਖੰਡ ਕਹਿੰਦੇ ਨੇ। ਰੱਬ ਮੇਰੇ ਅੰਦਰ ਵਸਦਾ ਹੈ, ਇਸੇ ਦੀ ਇੱਥੇ ਦਰਗਾਹ ਹੈ। ਮਰਨ ਤੋਂ ਬਾਅਦ ਵਾਲੀ ਦਰਗਾਹ ਦੀ ਨਹੀਂ ਗੱਲ ਚੱਲ ਰਹੀ। ਸੋ ਜਦੋਂ ਮੈਂ ਆਪਣੇ ਅੰਦਰ ਦੀ ਦਰਗਾਹ ਵਿੱਚ ਪੇਸ਼ ਹੁੰਦਾ ਹਾਂ ਤਾਂ ਮੇਰਾ ਮੁੱਖ ਉਜਲ ਹੁੰਦਾ ਹੈ, ਔਰ ਮੈਂ ਅੰਦਰੋਂ ਜੇ ਸੁਖੀ ਹਾਂ ਨਾ ਤਾਂ ਬਾਹਰੋਂ ਸੁਖੀ ਹੋਵਾਂਗਾ। ਉਹਨੂੰ ਕਹਿੰਦੇ ਨੇ ਹਾਲਤ ਸੁਖ ਪਲਤ ਸੁਖ। ਜਿਹੜਾ ਅੰਦਰੋਂ ਸੁਖੀ ਨਹੀਂ ਉਹ ਬਾਹਰੋਂ ਨਹੀਂ ਸੁਖੀ ਹੋ ਸਕਦਾ। ਇਹ ਸ਼ਰਤ ਪੱਕੀ ਰਹੇਗੀ। ਜਿਸ ਦਾ ਪਰਲੋਕ ਸੁਹੇਲਾ ਹੈ, ਜਿਹੜਾ ਅੰਦਰੋਂ ਸੁਹੇਲਾ ਹੈ, ਤਾਂ ਉਹਦਾ ਬਾਹਰਲਾ ਲੋਕ ਸੁਖੀ ਹੋਏਗਾ। ਅਸੀਂ ਪੁੱਠਾ ਕੰਮ ਕਰਦੇ ਹਾਂ,
ਅਸੀਂ ਕਹਿੰਦੇ ਆ ਪਹਿਲਾਂ ਬਾਹਰ ਮਕਾਨ ਬਣਾ ਲਓ, ਪਹਿਲਾਂ ਬਾਹਰ 에ਅਰ ਕੰਡੀਸ਼ਨ ਲਗਾ ਲਓ, ਪਹਿਲਾਂ ਬਾਹਰ ਖਾਣ ਪੀਣ ਦਾ ਸਾਜ਼ੋ ਸਮਾਨ ਲਗਾ ਲਓ, ਪਹਿਲਾਂ ਮੇਰਾ ਵਿਆਹ ਕਰਾ ਦਿਓ, ਪਹਿਲਾਂ ਮੇਰੇ ਬੱਚੇ ਪੜ੍ਹਾ ਦਿਓ। ਇਹ ਸਾਰੀ ਚੀਜ਼ ਨੂੰ ਪਤਾ ਹੀ ਕਹਿੰਦੇ ਨੇ ਸਿਕਿਉਰਿਟੀ ਲੱਭਣਾ, ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ। ਲੇਕਿਨ ਸਾਰੇ ਘਰ ਅੰਦਰ ਬੈਠਿਆ ਹੋਇਆ ਮੈਂ ਦੁਖੀ ਹੁੰਦਾ ਹਾਂ। ਲੋਕੀ ਕਮਰੇ ਅੰਦਰ ਬੈਠ ਕੇ ਆਪਣੇ ਆਪ ਨੂੰ ਮੁੱਕਾ ਮਾਰ ਰਹੇ ਹੁੰਦੇ ਨੇ, ਲੋਕੀ ਕਮਰੇ 'ਚ ਬੈਠ ਕੇ ਟੇਬਲ 'ਤੇ ਮੁੱਕਾ ਮਾਰ ਰਹੇ ਹੁੰਦੇ ਨੇ, ਲੋਕੀ ਆਪਣੇ ਕਮਰੇ ਅੰਦਰ ਬੈਠ ਕੇ ਦੂਜਿਆਂ ਦੇ ਬਾਰੇ ਬੁਰੀ ਭਰੀਆਂ ਗੱਲਾਂ ਕਰ ਰਹੇ ਹੁੰਦੇ ਨੇ। ਦੁਖੀ ਹੋ ਗਏ ਨਾ, ਕਿਉਂਕਿ ਅੰਦਰ ਦਾ ਪਰਲੋਕ ਸੁਹੇਲਾ ਨਹੀਂ ਹੈ। ਬਾਹਰਲਾ ਲੋਕ ਖਰਾਬ ਹੋ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ। ਜੇ ਤੇਰਾ ਪਰਲੋਕ ਸੁਹੇਲਾ ਹੈ ਨਾ ਤਾਂ ਤੇਰਾ ਬਾਹਰ ਵਾਲਾ ਲੋਕ ਸੁਖੀ ਹੋਏਗਾ। ਇਸ ਸ਼ਬਦ ਵਿੱਚ ਕਹਿੰਦੇ ਨੇ ਜੇ ਤੂੰ ਜਪ ਮਨ ਸਤਨਾਮ ਸਦਾ ਸਤਨਾਮ ਕਰ ਲਵੇਂ, ਸਦੀਵੀ ਹੁਕਮ ਨਿਯਮ ਰਜ਼ਾ ਪਾਣੇ ਵਿੱਚ ਰਵੇਂ ਔਰ ਇਹਨੂੰ ਦ੍ਰਿੜ ਕਰਕੇ ਰੱਖੇ, ਤਾਂ ਤੇਰਾ ਅੰਦਰਲਾ ਔਰ ਬਾਹਰਲਾ ਸੁਖੀ ਹੋ ਜਾਏਗਾ। ਹਲਤ ਸੁਖ ਪਲਤ ਸੁਖ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਰੰਜਨ ਕੀ ਹੁੰਦਾ ਹੈ? ਅੰਜਨ ਹੁੰਦਾ ਕਾਲਕ, ਨਿਰੰਜਨ ਹੁੰਦਾ ਬਿਨਾ ਕਾਲਕ ਤੋਂ। ਮਨ ਅਤੇ ਰੱਬ, ਜਦੋਂ ਮਨ ਰੱਬ ਜੀ ਪੁਰਖ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਉਹ ਰੱਬ ਜੀ ਨਾਲ ਇਕਮਿਕ ਹੋ ਜਾਂਦਾ ਹੈ। ਜਦੋਂ ਰੱਬ ਜੀ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸਾਡਾ ਮਨ ਪੁਰਖ ਬਣ ਜਾਂਦਾ। ਉਹਨੂੰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ। ਉਹ ਰੱਬ ਜੀ ਵਾਂਗੂ ਬਣ ਜਾਂਦਾ ਹੈ। ਜਦੋਂ ਉਹ ਕਾਲਖ ਰਹਿਤ ਹੋ ਜਾਂਦਾ ਹੈ, ਜਦੋਂ ਉਹਦਾ ਹਲਤ ਔਰ ਪਲਤ ਸੁਹੇਲਾ ਹੋ ਜਾਂਦਾ ਹੈ, ਜਦੋਂ ਉਹਦਾ ਲੋਕ ਪਰਲੋਕ ਸੁਖੀ ਹੋ ਜਾਂਦਾ ਹੈ, ਜਦੋਂ ਅੰਦਰੋਂ ਬਾਹਰੋਂ ਪੂਰਾ ਖਿੜ ਜਾਂਦਾ ਹੈ, ਤਾਂ ਉਹ ਨਿਰਅੰਜਨ ਹੋ ਜਾਂਦਾ ਹੈ। ਉਹਨੂੰ ਹਰ ਹਾਲ ਵਿੱਚ ਸੁਖੀ ਰਹਿਣਾ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੇ ਸੁਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਉਹਦੀ ਖਾਹਿਸ਼ ਹੀ ਕੋਈ ਨਹੀਂ ਰਹਿੰਦੀ। ਉਹਦੀਆਂ ਮਾਨੋ ਇੱਛਾਵਾਂ ਪੂਰੀਆਂ ਹੋ ਗਈਆਂ, ਇੱਛਾ या ਰਹਿਤ ਹੋ ਗਿਆ। ਸਾਧ ਸੰਗਤ ਜੀ, ਇਹ ਬਹੁਤ ਅੱਛੀ ਅਵਸਥਾ ਹੈ। ਇੱਛਾ ਕੋਈ ਨਹੀਂ ਰਹੀ। ਇੱਛਾ ਕਰਦਾ ਹੈ ਮਨ। ਇਸ ਕਰਕੇ ਇਸ ਸ਼ਬਦ ਦੀ ਪਹਿਲੀ ਪੰਕਤੀ ਪਹਿਲੇ ਪਦ ਵਿੱਚ ਕਹਿੰਦੇ ਨੇ ਇੱਛਾ, ਪੰਕਤੀ ਉਚਾਰਨ ਕਰਾਂਗੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਇੱਛਾਵਾਂ ਬੜੀਆਂ ਸਾਰੀਆਂ ਇੱਛਾਵਾਂ ਦਾ ਪੂਰਕ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮੇਰਾ ਮਨ ਰੱਬ ਜੀ ਦੇ ਨਾਲ ਜੁੜ ਗਿਆ ਔਰ ਸਾਰੇ ਸੁੱਖਾਂ ਦੀ ਮੱਤ ਮੇਰੇ ਮਨ ਨੂੰ ਦੇਣ ਲੱਗ ਪਿਆ। ਮਨ ਨੂੰ ਜੈਸੀ ਅੰਦਰ ਰੱਬ ਜੀ ਵਸਦੇ ਸੀ, ਜੈਸੀ ਉਹਨਾਂ ਕੋਲੋਂ ਮੱਤ ਮਿਲੀ, ਜੈਸੀ ਮੈਂ ਆਵਿਆ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਲਓ, ਵੈਸੀ ਮੱਤ ਦੇਣ ਜੋਗਾ ਮਨ ਹੋ ਜਾਂਦਾ ਹੈ। ਇੱਛਾ ਪੂਰਤੀ ਹੋ ਗਈ, ਮਨ ਦੀ ਇੱਛਾ ਕੋਈ ਨਹੀਂ ਰਹੀ। ਸਾਧ ਸੰਗਤ ਜੀ, ਜਿਨ੍ਹਾਂ ਦੀ ਇੱਛਾ ਨਹੀਂ ਰਹਿੰਦੀ ਨਾ, ਉਹ ਗੁਰਦੁਆਰੇ ਆ ਕੇ ਸਤਿਗੁਰੂ ਨੂੰ ਕਹਿੰਦੇ ਨੇ ਮੈਨੂੰ ਸੁਮਤ ਬਖਸ਼ੋ। ਉਹ ਗੁਰਦੁਆਰੇ ਆ ਕੇ ਪੁੱਤਰ ਨਹੀਂ ਮੰਗਦੇ ਨੇ, ਔਲਾਦ ਨਹੀਂ ਮੰਗਦੇ ਨੇ, ਬਲਕਿ ਉਹ ਕੀ ਕਹਿੰਦੇ ਨੇ, ਸਾਰੇ ਦੁਨੀਆ ਦੇ ਜਿੰਨੇ ਬੱਚੇ ਨੇ ਮੇਰੇ ਬੱਚੇ ਨੇ, ਮੇਰੀ ਦਰਾਣੀ ਦਾ ਬੱਚਾ ਮੇਰਾ ਹੈ, ਮੇਰੀ ਜਠਾਣੀ ਦਾ ਬੱਚਾ ਮੇਰਾ, ਮੇਰੇ ਪੜੋਸਨ ਦਾ ਬੱਚਾ ਮੇਰਾ ਹੈ, ਸਾਰੀ ਦੁਨੀਆ ਦੇ ਬੱਚੇ ਮੇਰੇ ਨੇ। ਉਹਨਾਂ ਦੀ ਇਹ ਇੱਛਾ ਖਤਮ ਹੋ ਗਈ। ਉਹ ਦੂਜਿਆਂ ਦੇ ਬੱਚਿਆਂ ਨੂੰ ਵੀ ਆਪਣਾ ਬੱਚਾ ਸਮਝ ਕੇ ਪਾਲ ਸਕਦੇ ਨੇ। ਜਦੋਂ ਅਸੀਂ ਇੰਜ ਕਰਨ ਲੱਗ ਪਈਏ ਨਾ, ਧਰਤੀ ਤੇ ਕੋਈ ਬੱਚਾ ਯਤੀਮ ਨਹੀਂ ਰਹੇਗਾ, ਯਤੀਮ ਖਾਨੇ ਬੰਦ ਹੋ ਜਾਣਗੇ। ਜਦੋਂ ਅਸੀਂ ਇੰਜ ਕਰਨ ਲੱਗ ਪਾਵਾਂਗੇ, ਬੁੱਢੇ ਘਰ ਬੰਦ ਹੋ ਜਾਣਗੇ, ਕਿਉਂਕਿ ਅਸੀਂ ਆਪਣੇ ਘਰ ਵਾਲੇ ਮਾਤਾ ਪਿਤਾ ਬਜ਼ੁਰਗਾਂ ਨੂੰ ਧਿਆਨ ਨਾਲ ਪੁੱਛਣਾ ਸ਼ੁਰੂ ਕਰ ਦਿਆਂਗੇ। ਸਿਰਫ ਉਹਨਾਂ ਨੂੰ ਨਹੀਂ, ਪੜੋਸੀ ਦੇ ਮੰਮੀ ਪਾਪਾ ਨੂੰ ਵੀ ਪੁੱਛਣਾ ਸ਼ੁਰੂ ਕਰ ਦਿਆਂਗੇ, ਮਹੱਲੇ ਵਾਲਿਆਂ ਨੂੰ ਵੀ, ਕਲੋਨੀ ਵਾਲਿਆਂ ਨੂੰ ਵੀ। ਸਾਰਿਆਂ ਦਾ ਸੁੱਖ ਮੰਗਣ ਲੱਗ ਪਏ। ਮਨ ਦੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਉਹ ਸਤਿਗੁਰੂ ਉਹ ਲਾ ਕੇ ਸੰਤੋਖ ਮੰਗਦਾ ਹੈ, ਸੰਤੋਖ। ਥਾਲ ਵਿੱਚ ਤਿੰਨ ਵਸਤੂ ਪਈਓ। ਤਿੰਨ ਦਾ ਮਤਲਬ ਤਿੰਨ ਨਹੀਂ ਹੁੰਦਾ।
थाल विच 3 वस्तु पई हो। 3 मतलब होता उस रब ने वस्त पाइयां ने। 7 संतोख विचारो। एक तो सानू सच दी सच पाया होया, संतोख पाया होया, विचार करते हाँ। अमृत नाम ठाकुर का पियो, सानू बिना मरण वाली मत मिल जाती है। अमृत नाम मिल जाता है जिहदे मरदे नहीं। अमृत होंदा मरना, अमृत असी पल पल फिर मरदे नहीं हाँ। साध संगत जी ये सारियां गल्लां ना असी सतगुर कोलों सीखण आ जांदे हाँ। ਜਿਹੜੇ नहीं सीखण आते ने वो गुरुद्वारे आके भी भाई साहब जी नूं कहंदे ने कोई शब्द दसो काके दा बुखार उतर जाए, कोई शब्द दसो मेरी नूंह दे घर पोतरा हो जाए, कोई शब्द दसो बिजनेस किवें चल पवे, कोई शब्द दसो साडे घर भूत प्रेत आए हुए ने किवें निकल जान। वो भाई साहब जी उन्होंने कोई ना कोई शब्द दसदे रहंदे ने। इहनूं ते पखंड कहंदे ने, गुरमत नहीं कहंदे ने। सो सतगुर कोल असी निरभौ होण आंदे हां और हुक्म रजा पाने अनुसार जीण सिखते हैं। जो तक निरभौ नहीं होंदे ता तक अंदरों अंदरों दुखी डरपोक रहंदे हैं, तो निक्कियां निक्कियां गल्लां दा डर करते रहंदे हैं। निक्की निक्की गल दे डर इकट्ठे हो जाना उन्होंने भाओ जल कहंदे ने, डर दा समुंदर कहंदे ने। सो कहंदे ने इच्छा पूरक सर्व सुख दाता हर जाके वासै काम तेना। काम तेन किनू कहते हैं? एक आम हज़ारा साल तो प्रचलित सी, स्वर्ग के अंदर एक गां होंदी है, उसका नाम काम तेन होंदा है, और वो गां जिहदे कोल होवे उस गां कोलों जो मंगो देंदे ने। गुरबाणी च काम तेन होंदा है मत, मत नूं गां कहंदे ने। जिहदी मत टिकाणे लग जाए, चंगी बन जाए, सतगुर की मत अनुसार हो जाए, उहदियां इच्छावां पूरी हो जांदियां, काम तेन कहंदे ने। जाके वस है काम तेना, ਉਹਦੇ ਵਸ ਵਿੱਚ ਮੱਤ ਆ ਜਾਂਦੀ ਹੈ, ਮੱਤ ਰੂਪੀ ਗਾਂ ਆ ਜਾਂਦੀ ਹੈ। ਮਾਨੋ ਕਾਮ ਤੇਨ ਗਊ ਉਹਦੇ ਆਖੇ ਲੱਗ ਗਈ। ਉਹ ਉਹਨੂੰ ਕੀ ਜਾਤ ਸਮਝ ਆ ਜਾਂਦੀ ਹੈ ਸਤਿਗੁਰ ਕੋਲੋਂ? ਵਿਣ ਤੁਧ ਹੋ ਜੇ ਮੰਗਣਾ, ਵਿਣ ਤੁਧ ਹੋ ਜੇ ਮੰਗਣਾ। सिर दुखा कै दुख, सिर दुखा कै दुख जे मंगना। दे नाम संतोखिया, दे नाम संतोखिया, उतरे मन की भुख जे मंगना। विण तुद हो जे मंगना। ਉਹਨੂੰ ਇਹ ਸਮਝ ਆ ਜਾਂਦੀ ਹੈ, ਕਿਉਂਕਿ ਉਹ ਰੱਬ ਕੋਲ ਆਉਂਦਾ ਹੈ, ਸਤਿਗੁਰ ਕੋਲ ਆਉਂਦਾ ਹੈ, ਕਹਿੰਦਾ ਮੈਨੂੰ ਤੁਹਾਡੀ ਅਕਲ ਚਾਹੀਦੀ ਹੈ, ਤੁਹਾਡੀ ਸੁਮਤ ਚਾਹੀਦੀ ਹੈ। ਵੀਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਹੋਰ ਦੁੱਖ ਚਮੜ ਜਾਣਗੇ। ਮੈਂ ਕੀ ਮੰਗਾ? ਮੈਂ ਔਲਾਦ ਮੰਗਦੀ ਸੀ, ਔਲਾਦ ਚੰਗੀ ਨਹੀਂ ਨਿਕਲੀ। ਜੇ ਮੈਂ ਉਹਨੂੰ ਚੰਗੀ ਸੋਚਿਆ ਵੀ ਚੰਗੀ ਨਿਕਲੇ, ਪੜ੍ਹ ਜਾਏ, ਉਹ ਪੜ੍ਹ ਗਈ, ਲੇਕਿਨ ਮੇਰੀ ਨੂੰਹ ਪੁੱਤਰ ਚੰਗੇ ਨਹੀਂ ਨਿਕਲੇ। जो पढ़ गए अगे उन्होंने घर पुत्र नहीं होया, जो हो गए कोई बीमार चमड़िया। मैं कोई ना कोई चीज़ मंगदी हाँ, मंगदा हाँ, वो वधदे ही दुख ही वधदे जाते हैं। विण तुध होर जे मंगना, सिर दुखा के दुख। से जे अवस्था बन जाए कि मैं कुछ नहीं मंगना तुहाडे कोलों, तुहाडी अकल सुमत मंगनी है, तो इच्छा पूरक वाला मन बन गया, सारिया इच्छा पूरियां हो गई। इनू कहते हैं बिरती कदे ना होवी जन की अरदास। सो ऐसा हर ध्याई है मेरे जीड़े, ता सरब सुख पावे मेरे मना, मन हमेशा लई सुखी हो जाता है। साध संगत जी, बारले दुनियावी सुखां नूं इकट्ठे करन नाल मन सुखी नहीं होंदा। जे बारले दुनियावी चीज़ां नूं इकट्ठियां करके मन सुखी होंदा होवे, तां अमरीका कैनेडा लंडन वाले सब तो सुखी होन।
ਉਹਨਾਂ ਨੂੰ ਰਾਤੀ ਨੀਂਦਰ ਨਹੀਂ ਆਉਂਦੀ, ਉਹ ਰਾਤੀ ਸੌਣ ਵਾਸਤੇ ਗੋਲੀਆਂ ਖਾਂਦੇ ਨੇ, ਉਹ ਰਾਤੀ ਸੌਣ ਵਾਸਤੇ ਸ਼ਰਾਬਾਂ ਪੀਂਦੇ ਨੇ, ਉਹ ਰਾਤੀ ਸੌਣ ਵਾਸਤੇ ਘਰ ਹੀ ਨਹੀਂ ਆਉਂਦੇ ਨੇ। ਜਦੋਂ ਸਾਡਾ ਨੌਜਵਾਨ ਬੱਚਾ ਰਾਤੀ ਘਰ ਨਹੀਂ ਆਉਣਾ ਚਾਹੁੰਦਾ ਨਾ, ਮਾਨੋ ਉਹ ਤਲਖੀ ਵਿੱਚ ਹੈ ਔਰ ਉਹ ਦੁਖੀ ਹੈ। ਜਦੋਂ ਸਾਡਾ ਬੱਚਾ ਰਾਤੀ ਦੇਰ ਰਾਤ ਤੱਕ ਟੀਵੀ ਤੇ ਫੋਨ ਤੇ ਲੱਗਾ ਰਹਿੰਦਾ ਹੈ, ਮਾਨੋ ਕਿਧਰੋਂ ਅੰਦਰੋਂ ਅਪਸੈਟ ਹੈ, ਉਹਨੇ ਗਲਤ ਬੀਜ ਬੀਜਿਆ ਹੈ। ਸਾਰੇ ਸੁੱਖ ਬਾਹਰੋਂ ਕਰਨ ਨਾਲ ਨਹੀਂ ਮਿਲਦੇ ਨੇ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਿਹਦੇ ਨਾਲ ਤੇਰੀ ਮੱਤ ਹੋਰ ਚੀਜ਼ਾਂ ਨਹੀਂ ਮੰਗਦੀ ਹੈ, ਉਹਨੂੰ ਕਾਮਤੇਨ ਗਊ ਕਹਿੰਦੇ ਨੇ। ਔਰ ਜਦੋਂ ਕਾਮਤੇਨ ਗਊ ਦੇ ਮਤਲਬ ਇੱਛਾਵਾਂ ਪੂਰੀਆਂ ਹੋ ਜਾਣ, ਤਾਂ ਤੁਸੀਂ ਰੱਬ ਜੀ ਕੋਲੋਂ ਸਤਿਗੁਰ ਦੀ ਮੱਤ ਮੰਗਦੇ ਹੋ, ਔਰ ਸਾਰੀਆਂ ਇੱਛਾ ਪੂਰੀਆਂ ਹੋ ਜਾਣ ਵਾਲੀ ਅਵਸਥਾ ਵਿੱਚ ਸੰਤੋਖੀ ਹੋ ਜਾਈਦਾ ਹੈ। ਸੰਤੋਖੀ ਅਵਸਥਾ ਨੂੰ ਨਾਮ ਸੰਤੋਖੀਆ ਕਹਿੰਦੇ ਨੇ। ਅੱਗੇ ਕਹਿੰਦੇ ਨੇ ਜੈ ਹਰ ਸਿਮਰਨ ਪਿਆ ਤੈ ਉਪਾਦਗਤ ਕੀਨੀ। ਉਸ ਵੇਲੇ ਜੋ ਮੈਂ ਗੱਲ ਤੇ ਦੂਸਰਿਆਂ ਦੀਆਂ ਗਲਤੀਆਂ ਦੇ ਕਾਰਨ ਆਪਣੇ ਮਨ ਉੱਤੇ ਕਲੰਕ ਲਾ ਕੇ ਦੁਖੀ ਹੁੰਦਾ ਰਹਿੰਦਾ ਸੀ, ਉਹ ਸੁਖੀ ਹੋ ਜਾਂਦਾ। ਜੈ ਹਰ ਸਿਮਰਨ ਪਿਆ ਤੈ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਨਾ। ਵੱਡੇ ਭਾਗ ਕਿਹਨੂੰ ਕਹਿੰਦੇ ਨੇ ਸਾਧ ਸੰਗਤ ਜੀ? ਅਸੀਂ ਸਮਝਦੇ ਸੀ ਵੱਡੇ ਭਾਗ ਹੁੰਦੇ ਨੇ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ। ਗੁਰਬਾਣੀ ਅਨੁਸਾਰ ਹੁੰਦਾ ਹੈ, ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਜਿਹੜੇ ਸਤਿਗੁਰ ਦੀ ਮੱਤ ਲੈ ਕੇ ਆਪਣੇ ਮੱਥੇ ਭਾਗ ਲਿਖਦੇ ਨੇ ਨਾ, ਚੰਗੇ ਵਾਲੇ ਮੰਦੇ ਕੰਮ ਛੱਡ ਦਿੰਦੇ ਨੇ, ਇਹਨੂੰ ਵੱਡੇ ਭਾਗ ਕਹਿੰਦੇ ਨੇ। ਸੋ ਗੁਰਬਾਣੀ ਅਨੁਸਾਰ ਅਸੀਂ ਆਪਣੇ ਭਾਗ ਆਪ ਲਿਖਦੇ ਹਾਂ। ਸਤਿਗੁਰ ਦੀ ਮੱਤ ਲੈ ਕੇ ਮੱਥੇ ਤੋਂ ਮੰਦੇਰੇ ਭਾਗ ਮਿਟਾਉਂਦੇ ਹਾਂ, ਭੈੜੇ ਖਿਆਲ ਮਿਟਾਉਂਦੇ ਹਾਂ, ਭੈੜੀ ਬੋਲੀ, ਭੈੜੀ ਨਫ਼ਰਤ, ਸ਼ਰਾਬ, ਨਸ਼ਾ, ਇਹ ਸਾਰੀਆਂ ਚੀਜ਼ਾਂ ਹਟਾਉਂਦੇ ਹਾਂ ਅਤੇ ਮਸਤਕ ਭਾਗ ਚੰਗੇਰੇ ਲਿਖ ਲੈਂਦੇ ਹਾਂ। ਜੋ ਜੋ ਸਤਿਗੁਰ ਜੀ ਕਹਿੰਦੇ ਨੇ ਉਸ ਤਰ੍ਹਾਂ ਜੀਣ ਲੱਗ ਪੈਂਦੇ ਹਾਂ, ਵੱਡ ਭਾਗੀ ਹੋ ਜਾਂਦੇ ਹਾਂ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਸਤਿਗੁਰ ਨੇ ਮੈਨੂੰ ਇਹ ਵਾਲੀ ਅਕਲ ਦੇ ਦਿੱਤੀ। ਜਪ ਹਰ ਭਵਜਲ ਤਰਨਾ। ਜਪਣ ਦੇ ਨਾਲ ਮੇਰਾ ਡਰ ਰੂਪੀ ਸਮੁੰਦਰ ਮੁੱਕ ਗਿਆ, ਮੈਂ ਡਰ ਦੇ ਸਮੁੰਦਰ ਤੋਂ ਪਾਰ ਹੋ ਗਿਆ। ਜਦੋਂ ਅਸੀਂ ਸਤਿਗੁਰ ਦੀ ਮੱਤ ਲੈ ਕੇ ਅੱਜ ਦੇ ਸ਼ਬਦ ਅਨੁਸਾਰ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਵਾਲੀ ਅਕਲ ਆ ਜਾਂਦੀ ਹੈ, ਤਾਂ ਮਨ ਸੁੱਖ ਦੇਣ ਵਾਲਾ ਦਾਤਾ ਬਣ ਜਾਂਦਾ ਹੈ। ਮਾਨੋ ਕਾਮਤੇਨ ਗਊ ਇਹਦੀ ਵਸ ਆ ਗਈ। ਮਤ ਨੂੰ ਕਾਮਤੇਨ ਗਊ ਕਹਿੰਦੇ ਨੇ। ਉਹ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਇੱਛਾ ਰਹੀ ਕੋਈ ਨਹੀਂ। ਸੋ ਐਸਾ ਧਿਆਈਏ ਮੇਰੇ ਜਿਹੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਮਨ ਸਦੀਵੀ ਸੁਖੀ ਹੋ ਜਾਂਦਾ ਹੈ, ਸੱਚ ਨੂੰ ਦ੍ਰਿੜ ਰੱਖਦਾ ਹੈ। ਰਾਹੂ 'ਚ ਕਹਿੰਦੇ ਨੇ ਅੰਦਰੋਂ ਬਾਹਰੋਂ ਸੁਖੀ ਹੋ ਜਾਂਦਾ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਅੰਦਰੋਂ ਬਾਹਰੋਂ ਸੁਖੀ ਹੋ ਜਾਂਦੇ ਨਾ, ਸਾਡੇ ਇਸ ਮਨ ਦਾ ਅੰਦਰ ਵਾਲਾ ਘਰ ਸੁਖੀ ਹੋ ਜਾਂਦਾ ਨਾ, ਸਾਨੂੰ ਬਾਹਰ ਸੁਖੀ ਰਹਿਣਾ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਕਰ ਦੀਨੇ, ਸਤਿਗੁਰ ਕਰ ਦੀਨੇ। ਅਸਥਿਰ ਕਰ ਬਾਰ, ਅਸਥਿਰ ਕਰ ਬਾਰ, ਅਸਥਿਰ ਕਰ ਬਾਰ, ਅਸਥਿਰ ਕਰ ਬਾਰ। ਜੋ ਜੋ ਨਿੰਦ करे इन ग्रहण की, जो जो निंद करे तिस आगे ही
मारे करतार तिस आगहि, मारे करतार सतगुर कर दीने, अस्थिर कारबार, अस्थिर कारबार, अस्थिर कारबार, अस्थिर कारबार। साडा घर ते बाहर टिकाव हो जाता है। असी घर सुख वसिया बाहर सुख पाया वाली अवस्था सीख जाते हाँ। साध संगत जी, जिन्हां दा अंदर दा मन रूपी इस शरीर दे घर दा अंदरला सुख ही नहीं है ना, हलत सुख पलत सुख जिदा नहीं है, जिहड़ा अंदरों दुखी है ना, वो बाहरों पता की करेगा, वो अपने पति नूं दुखी करेगी। जिहड़ा अंदरों सुखी नहीं है ना, वो अपनी पत्नी नूं दुखी करेगा। जिहड़ा अंदरों सुखी नहीं है, वो अपनी नूह नूं दुखी करेगी। जिहड़ा अंदरों सुखी नहीं है, वो अपनी सस दा कहना नहीं मन्नेगी। जिहड़ा अंदरों सुखी नहीं है, वो अपने माता पिता दा कहना बच्चा नहीं मन्नेगा। ਇਹ ਨਿਸ਼ਾਨੀਆਂ ਨੇ। ਜੇ ਕਾਮ ਤੈਨ ਗਊ ਵਸ ਨਹੀਂ ਆਈ, ਜੇ ਸਰਬ ਸੁਖ ਮਨ ਨੂੰ ਨਹੀਂ ਮਿਲੇ, ਜੇ ਇੱਛਾਵਾਂ ਪੂਰੀਆਂ ਨਹੀਂ ਹੋਈਆਂ, ਤਾਂ ਮਨੁੱਖ ਦੂਜਿਆਂ ਨੂੰ ਦੁਖੀ ਕਰੇਗਾ। ਔਰ ਦੁਖੀ ਕਰਨ ਤੋਂ ਬਾਅਦ ਆਪਣਾ ਸਾਰਾ ਘਰ ਨਰਕ ਬਣਾ ਲੇਗਾ। ਘਰ ਨੂੰ ਨਰਕ ਤੋਂ ਸਵਰਗ ਬਣਾਉਣਾ ਹੈ ਤਾਂ ਘਰ ਦੇ ਵਿੱਚ ਸਾਰਿਆਂ ਦੇ ਨਾਲ ਪਿਆਰ ਨਾਲ ਬੋਲਣਾ ਪਏਗਾ। ਘਰ ਦੇ ਵਿੱਚ ਸਾਰਿਆਂ ਦੀ ਪਰਵਾਹ ਕਰਨੀ ਪਏਗੀ। ਜ਼ਿਆਦਾਤਰ ਘਰਾਂ ਵਿੱਚ ਸਾਧ ਸੰਗਤ ਜੀ 80% ਤੋਂ ਜ਼ਿਆਦਾ ਦੁਨੀਆ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਘਰ ਦੇ ਜਿਹੜੇ ਮਰਦ ਹੁੰਦੇ ਨੇ ਨਾ, ਉਹ ਆਪਣਾ ਆ ਕੇ ਖਾ ਪੀ ਕੇ ਆਰਾਮ ਦੇ ਨਾਲ ਟੀਵੀ ਦੇਖ ਕੇ, ਗੱਲਾਂ ਮਾਰ ਕੇ, ਗੱਪਾਂ ਮਾਰ ਕੇ, ਟੀਵੀ ਦੇਖ ਕੇ, ਖਬਰਾਂ ਦੀਆਂ ਗੱਲਾਂ ਕਰਕੇ ਸੌ ਜਾਂਦੇ ਨੇ। ਘਰ ਦੀ ਬੀਬੀ ਸਵੇਰੇ ਉੱਠੀ, ਉਹਨੇ ਗਾਵਾਂ ਮੱਝਾਂ ਦੇ ਕੰਮ ਤੋਂ ਲੈ ਕੇ ਘਰ ਦੇ ਸਾਰੇ ਜੀਆਂ ਦੇ ਕੱਪੜੇ ਧੋਤੇ, ਸਾਰਿਆਂ ਦੇ ਕੱਪੜੇ ਪ੍ਰੈਸ ਕੀਤੇ, ਸਾਰੇ ਘਰ ਦੀ ਸਫਾਈ ਕਰਾਈ, ਸਾਰੇ ਬੱਚਿਆਂ ਨੂੰ ਸਕੂਲ ਤੋਰਿਆ, ਉਸ ਤੋਂ ਬਾਅਦ ਘਰ ਦੇ ਬਜ਼ੁਰਗਾਂ ਦਾ ਧਿਆਨ ਰੱਖਿਆ। ਫਿਰ ਵੀ ਜੇ ਘਰ ਵਾਲੇ ਉਸ ਦਾ ਧਿਆਨ ਨਾ ਰੱਖਣ, ਸਾਡੀ ਬਜ਼ੁਰਗ ਮਾਂ ਸਾਰਿਆਂ ਨੂੰ ਪਾਲਦੀ ਰਹੀ, ਉਹਦਾ ਧਿਆਨ ਨਾ ਰੱਖਣ, ਤਾਂ ਘਰ ਸੁਖੀ ਨਹੀਂ ਰਹਿੰਦੇ ਨੇ। ਇੱਕ ਆਦਮੀ ਨੂੰ ਮੈਂ ਪੁੱਛਿਆ, ਕੋਈ ਗੱਲ ਸੁਣ, ਤੁਸੀਂ ਹਰ ਵੇਲੇ ਕਹਿੰਦੇ ਰਹਿੰਦੇ ਹੋ ਵੀ ਤੁਹਾਡੇ ਘਰ ਬੜਾ ਰੋਲਾ ਰੱਪਾ ਰਹਿੰਦਾ, ਤੁਸੀਂ ਧਿਆਨ ਕਿਉਂ ਨਹੀਂ ਕਰਦੇ ਵੀ ਤੁਹਾਡੀ ਪਤਨੀ ਔਰ ਤੁਹਾਡੀ ਮਾਂ ਦੀ ਨਹੀਂ ਬਣਦੀ? ਮੈਨੂੰ ਪਤਾ ਕੀ ਕਹਿੰਦਾ, ਉਹ ਔਰਤਾਂ ਦਾ ਡਿਪਾਰਟਮੈਂਟ ਆ, ਉਹ ਜਾਣਨ। ਮੈਂ ਕਿਹਾ ਅੱਛਾ ਜੀ, ਵਾਹ, ਤੁਹਾਡੀ ਮਾਂ ਨੇ ਤੁਹਾਨੂੰ ਪੈਦਾ ਕੀਤਾ ਹੈ, ਤੁਸੀਂ ਆਪਣੇ ਮਾਂ ਦੇ ਖੈਰ ਖਵਾ ਨਹੀਂ ਹੋ। ਤੁਹਾਡੇ ਬੱਚੇ ਦੀ ਮਾਂ ਤੁਹਾਡੀ ਪਤਨੀ ਬਣੀ ਹੈ, ਕੱਲ੍ਹ ਤੁਹਾਡੇ ਬੱਚੇ ਦੀ ਸਾਰੀ ਜ਼ਿੰਦਗੀ ਹੈ, ਤੁਹਾਡਾ ਵਾਰਸ ਹੈ, ਨਹੀਂ ਤੁਹਾਡੀ ਜ਼ਮੀਨ ਜਾਇਦਾਦ ਸਾਰਾ ਪੈਸਾ ਵੀ ਲੈਣਾ ਹੈ, ਅਤੇ ਤੁਹਾਡੀਆਂ ਮਨ ਦੀਆਂ ਖਾਹਿਸ਼ਾਂ ਇਹਦੇ ਵਿੱਚ ਪਈਆਂ ਨੇ, ਤੁਸੀਂ ਇਸ ਬੱਚੇ ਦੀ ਮਾਂ ਦਾ ਸੁੱਖ ਨਹੀਂ ਲੱਭਦੇ? ਸਾਧ ਸੰਗਤ ਜੀ, ਜਿਹੜੇ ਇਸ ਤਰੀਕੇ ਦੇ ਨਾਲ ਕਰਦੇ ਨੇ ਨਾ, ਘਰਾਂ ਵਿੱਚ ਇਸਤਰੀਆਂ ਦੇ ਨਾਲ ਧੱਕਾ, ਉਹਨਾਂ ਦੇ ਘਰ ਸੁਖੀ ਨਹੀਂ ਰਹਿੰਦੇ ਨੇ। ਭਾਵੇਂ ਉਹਨਾਂ ਕੋਲ ਲੱਖਾਂ ਕਰੋੜਾਂ ਹੋਣ, ਭਾਵੇਂ ਉਹ ਵਧੀਆ ਕਾਰਾਂ 'ਚ ਬੈਠਣ, ਭਾਵੇਂ ਏਅਰ ਕੰਡੀਸ਼ਨ ਵਿੱਚ ਬੈਠਣ, ਉਹਨਾਂ ਦਾ ਅੰਦਰ ਔਰ ਬਾਹਰ ਵਾਲਾ ਜੀਵਨ ਅਪਸੈਟ ਹੈ। ਜੇ ਅੰਦਰ ਔਰ ਬਾਹਰ ਦਾ ਜੀਵਨ ਠੀਕ ਕਰਨਾ, ਹਲਤ ਪਲਤ ਮੁਖ ਉਜਲ ਹੋਈਆ ਨਿਤਿਆਈਅਰ ਪੁਰਖ ਨਿਰੰਜਨਾ, ਤਾਂ ਇਸ ਕਾਮ ਧੇਨ ਗਊ ਨੂੰ ਵਸ ਕਰਨਾ ਪਏਗਾ ਔਰ ਸਾਰੀਆਂ ਇੱਛਾ ਰਹਿਤ ਹੋਣਾ ਪਏਗਾ। ਇੰਝ ਨਹੀਂ ਹੋਏਗਾ ਮੇਰੀਆਂ ਤੇ ਇੱਛਾਵਾਂ ਪੂਰੀਆਂ ਕਰੋ, ਲੇਕਿਨ ਬਾਕੀ ਸਾਰੇ ਖੂਹ ਵਿੱਚ ਜਾਓ। ਸਾਧ ਸੰਗਤ ਜੀ, ਇਹ ਵਾਲਾ ਲਫ਼ਜ਼ ਮੈਂ ਇਸ ਕਰਕੇ ਵਰਤਿਆ ਕਿਉਂਕਿ ਆਮ ਤੌਰ 'ਤੇ ਵਰਤਿਆ ਜਾਂਦਾ ਹੈ, ਖੁਦਗਰਜ਼ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਉਹ ਸਾਰੇ ਇਸ ਤਰੀਕੇ ਦੇ ਨਾਲ ਕਰਦੇ ਨੇ। ਸਾਧ ਸੰਗਤ ਜੀ, ਬਾਣੀ ਸਾਡਾ ਘਰ-ਬਾਰ ਸਾਰਾ ਅਸਥਿਰ ਘਰ-ਬਾਰ ਕਰ ਦਿੰਦੀ ਹੈ, ਸਾਨੂੰ ਹਲਤ ਸੁਖ ਪਲਤ ਸੁਖ ਵਾਲਾ ਜੀਵਨ ਸਿਖਾ ਦਿੰਦੀ ਹੈ। ਉਹਦੇ ਨਾਲ ਅਸੀਂ ਨਿਰਭਉ ਹੋ ਜਾਂਦੇ ਹਾਂ। ਜਨ ਨਾਨਕ ਕੋ ਗੁਰੇ ਮਦੀਨੀ ਜਪ ਹਰ ਭਉਜਲ ਤਰਨਾ। ਸਾਧ ਸੰਗਤ ਜੀ, ਮੈਂ ਆਪ ਜੀ ਦੇ ਨਾਲ ਸ਼ਬਦ ਦੇ ਅਰਥ ਕੀਤੇ ਨੇ, ਇਸ ਤਰੀਕੇ ਨਾਲ ਅਰਥ ਨਹੀਂ ਕੀਤੇ ਨੇ ਕਿ 500 ਸਾਲ ਪਹਿਲਾਂ ਜਾਂ 6000 ਸਾਲ ਪਹਿਲਾਂ ਇੰਝ ਹੋਇਆ ਸੀ।
मैं इस तरीके नाल अर्थ कीते ने कि ये शब्द सानू अज की सिखांदा है। असी गुरुद्वारे अपना जीवन सुधारन वास्ते आंदे हाँ। किसी ने पूछा सी गुरुद्वारे का मतलब की होंदा है, मैं उन्होंने बाणी चो जवाब दिता सी गुरुद्वारे का मतलब होंदा है मेरे राम हम बारक हर प्रभ के हैं इयाणे, धन धन गुरु गुर सतगुर पांदा जी ने हर उपदेश दे कीए सियाणे। असी इयाणे बन के गुरुद्वारे आंदे हाँ और गुरु सानू सुमत बख्शदा है। जे नानक को गुरे मत दीनी तो असी फिर इयाणे तो सियाणे हो जाते हैं। ये गुरुद्वारे आने का मकसद है। पर जे असी गुरुद्वारे की बिल्डिंग उच्ची बना दीए, गुरु की मत लईए ही ना, संगमरमर सोना थप दईए, गुरु की मत लईए ही ना, सोहने गलीचे डा दईए, सोहना लंगर कर दईए, गुरु की मत लईए ही ना, तो फिर पिंड विच एक गुरुद्वारा ही रह जाता है, बाकी सारे नशई हो जाते हैं और घरां विच झगड़े और अपसैट घर बन जाते हैं। सतगुर की मत लैण असी आंदे हाँ। साडा फर्ज बनता है कि असी गुरुद्वारे चों सतगुर की मत नूं लईए। अज दी इतनी विचार तो बाद मैं बेनती करांगा मेरे वीर मिंदरपाल सिंह जी वो अंदर आ जान और वो स्टेज नूं सवाल जवाब वास्ते आप जी दे नाल सांझ करन। मेरा नाम बचन सिंह, पढ़ाई भी थोड़ी बहुती की है, पिंड भगवानपुर दा वासी हाँ। सब तो पहला मैं तुहाडा तहे दिल दे नाल स्वागतम करा कि तुसीं साडे पिंड दे विच आके साडे गुरुद्वारे नूं भाग लाए ने। असी सारी संगत भगवानपुर की संगत तुहाडा कोटन कोटन धन्नवाद करते हैं। अगे मेरी बेनती है कि मैं तुहाडा लैक्चर रात भी सुनिया हुण भी सुनिया, जो समाजिक तौर के उत्ते समाज के उपर यादे जिहदी जरूरत भी है, लेकिन इहदे विच जो आत्मा है ना, आत्मा नूं खुराक नहीं मिल रही। समाजिक तौर पर खुराक मिल रही है, आत्मा नूं खुराक नहीं मिल रही। मैं क्वेश्चन करा आप जी नूं, बेनती करा आप जी नूं भई ये इंसान ये शरीर इहदे विच 5 चोर, 1 मन ते बाकी ज्ञान इंद्रियां, ये अकाल पुरख की मेहर दे नाल ये जन्म गर्भ दे विचों मिलिया। मैं ये पूछना चाहांगा भी गर्भ के अंदर ये 5 चोर ते मन गर्भ के अंदर इन्होंने वास किया या जन्म लैन तो बाहर वास किया, ते मन जदों 9 महीने इन्हों का की रोल सी ते बाहर का रोल तो नज़र आ ही रहा। ये मन भी शरीर नूं तंग करता है ते ये 5 चोर भी तंग करते हैं। एक नगरी 5 चोर वसीले, इन्हों रोकया भी नहीं रुकता। तो गुरु नानक देव ने इस मन नूं कुत्ता ते कुड़ियार क्यों किया, तो इन्हों चोर क्यों किया। तो जदों ये दही छड़ते हैं ना मन नाल जाता है तो ना ये 5 चोर नाल जाते हैं। तो सज़ा किनू मिलती है, अंत नवेरा तेरे जी पै लीजे। ये जी एक कसूर दा करे कोई होर, भरे कोई होर, खसम करे नानी ते चट्टी भरे दोता। ये क्या संसार का रूप है। ये 5 चोर तंग क्यों करते हैं, इसकी सज़ा जी नूं क्यों मिलती है। बस मेरा क्वेश्चन है, इहदे ते थोड़ा जानना पाओ। मानयोग बचन सिंह जी, जिहड़ा तुसी शब्द कोट किया है अंत निबेड़ा तेरे जी पै लीजे, वाकई तुसी उहदे नाल वो गल बिल्कुल ठीक पेश की है, करे कोई ते भरे कोई।
लेकिन विचारन वाली गल है, साडे अंदर रब जी वसते ने। मेरा मन कपट करता है, ये तो फैसला कर लीए ना कि कपट मेरा मन करता है, रब जी नहीं करांदे ने। ते कपट आत्मा भी नहीं करती है बचन सिंह जी, आत्मा कपट नहीं करती है। आत्मा नूं कहंदे ने आत्मा परमात्मा की अंश, को कबीरे राम की अंश। कपट करता है मन। असी कहंदे आ अगे आत्मा जाती है, गलती मन करे और सजा आत्मा नूं मिले, इंज नहीं है। फिर उस शब्द के अर्थ की ने, मन ने कपट किया, कपट करन तो बाद मन अंदरों कुछ होर हो गया, बाहरों कुछ होर हो गया। उन्होंने हिपोक्रेट कहते हैं, मन होर मुख होर कहते हैं, उन्होंने जियो मैले बाहरों निर्मल कहते हैं। जदों मैं अंदरों कुछ होर और बाहरों कुछ होर हो जाता, तब मैं बैरूपिया हो जाता। और बैरूपीए की निशानी की होती है, कदे साधु बन जाओ, कदे शैतान बन जाओ, कदे शरीफ बन जाओ, कदे बदमाश बन जाओ। गुरुद्वारे आओ तो इंज इंज अखां नूट के हाथ जोड़ लवो, कन्ना नूं खिंच लवो, बाहर जाके लोगों को धोखा कर लवो। जे गुरुद्वारे आओ संगतां बैठियां ने तो अखां नूट नूट के इस तरह लंबी अरदास करो, मैं बड़ा गुरमुख बड़ा शरीफ हाँ, 10 जगह ते मत्थे टेक लो। पर जे कोई भी नहीं है तो छोटी जी अरदास करके मत्था टेक लिया, क्योंकि देख कोई नहीं रहा। मन बैरूपिया बन जाता है। जदों बैरूपिया बन जाता है ना, मन फैसला नहीं कर सकता कि मैं पक्का शरीफ किवें बना। इहदा झगड़ा हो जाता है, अंदर वाले नाल कशमकश शुरू हो जाती है। यार जे शरीफ बन जाऊंगा सारे मेरे सिर ते चढ़ जाएंगे, शरीफ बन जाऊंगा मेरिया कमाइयां घट जाएगियां, शरीफ बन जाऊंगा लोकी मनु की कहणगे, शरीफ बन जाऊंगा मनु जुबान तो गालां छड्डनियां पै जाएगियां। इस तरह मनुख के अंदर कशमकश चलती है। इस कशमकश का निबेड़ा कराते ने जी पै, जी मतलब अंदर रब जी। अंत निबेड़ा तेरे जी पै लीजै। मेरे मन तू कपट करता है और कंफ्यूज हो जाता है कि मैं इधर जाऊं कि उधर जाऊं। इसका निबेड़ा कराना, इसका निबेड़ा ना अंदर वाले कोलों पुछ। मन मेरे भूले कपट ना कीजै, अंत निबेड़ा। किस गल का निबेड़ा? आखिरकार इस गल का झगड़ा तू अंदर वाले रब जी कोलों पुछ। अंदर रब मतलब आत्मा, आत्मा मीन्स राम की अंश। अंदरों जिहड़ी रूह की आवाज़ आएगी ना, वो रब जी की आवाज़ होंदी है। उसके सामने बेड़ा हो जाएगा, झूठ ना बोल, जियो निर्मल बाहरों निर्मल हो जा। तू करता मैं जियो मैले बाहरों निर्मल जियो तो मैले तेनी जन्म जियो आ रहा, ये तो इतना वड्डा रोग लगा मरण मनुष्य आ रहा। लेकिन जे अंदरों की आवाज़ सुनांगे तो अंदर की आवाज़ आएगी, जियो निर्मल बाहरों निर्मल रहा कर, जियो निर्मल बाहरों निर्मल जियो ता निर्मल। सतगुर ते करनी कमाणी, सतगुर की करनी करया कर। दुमुआ सप ना बन, ए निबेड़ा है। मरण तो बाद आत्मा दे निबेड़े की नहीं गल चल रही। सैकेंड, गुरबाणी अनुसार असी सारे निर्मल नीर भोले भा जमदे हाँ। उन्होंने कहते हैं पायो बाल बुद्ध सुख रे। उन्होंने कहते हैं बच्चा रब का रूप होंदा है। बच्चे वास्ते हिंदू मुसलमान सिख ईसाई अमीर गरीब गोरा काला तेरा मेरा कुछ नहीं होंदा। बच्चे वास्ते देसी परदेसी कुछ नहीं होंदा। बच्चा जिदे नाल लड़दा फिर उसी नाल खेडन लग पैंदा, बच्चा एकदम माफ़ कर देंदा है। असी सारे निर्मल नीर ही पैदा होंदे हाँ। लेकिन ज्यों ही मेरा मन अपनी मन मर्जी करता है, मेरे मन की मन मर्जी करन वाली अवस्था नूं माया कहंदे ने। बाहर सोना पैसा इस्त्री मकान जायदाद नूं माया गुरबाणी च नहीं कहंदे ने। जिन्हां ने सोना पैसा मकान इस्त्री नूं माया आख्या,
ਉਹਨਾਂ ਨੇ ਕਿਹਾ ਇਹਨਾਂ ਨੂੰ ਹੱਥ ਨਾ ਲਾਓ, ਮਾਇਆ ਨੂੰ ਹੱਥ ਨਾ ਲਾਓ, ਛੱਡ ਕੇ ਜੰਗਲਾਂ ਚਲੇ ਜਾਓ, ਵਿਆਹ ਨਾ ਕਰਾਓ, ਕੰਮ ਕਾਜ ਛੱਡ ਦਿਓ। ਉਹਨਾਂ ਨੇ ਇਹਨੂੰ ਤਿਆਗਿਆ, ਉਹਨਾਂ ਨੇ ਗ੍ਰਸਥੀ ਨੂੰ ਤਿਆਗਿਆ। ਗੁਰੂ ਪਾਤਸ਼ਾਹ ਨੇ ਕਿਹਾ ਤੂੰ ਗ੍ਰਸਥੀ ਵਿੱਚ ਰਹਿਣਾ ਹੈ, ਤੈਨੂੰ ਗ੍ਰਸਥੀ ਵਿੱਚ ਰਹਿ ਕੇ ਸਮਝਣਾ ਮਾਇਆ ਕਿਹਨੂੰ ਕਹਿੰਦੇ ਨੇ। ਗੁਰਬਾਣੀ ਅਨੁਸਾਰ ਮਾਇਆ ਨਾਮ ਹੈ ਗਰਭ ਜੋਨ ਕਾ। ਗੁਰਬਾਣੀ ਅਨੁਸਾਰ ਮਾਇਆ ਹੈ ਮੇਰੇ ਮਨ ਦੇ ਖਿਆਲਾਂ ਦੀ ਸੋਚਣੀ। ਜੋ ਹੀ ਮਨ ਦੇ ਖਿਆਲ ਆਣਗੇ ਨਾ ਤਾਂ ਇਸ ਦੇਹੀ ਮੇ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ। ਇਸ ਦੇਹੀ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਰਹਿੰਦੇ ਨੇ। ਉਹ ਲੁੱਟਣਾ ਸ਼ੁਰੂ ਕਰ ਦਿੰਦੇ ਨੇ। ਅੰਮ੍ਰਿਤ ਲੁੱਟ ਹੈ, ਮੇਰਾ ਸਾਰਾ ਚੈਨ ਲੁੱਟ ਲੈਂਦੇ ਨੇ, ਮੇਰਾ ਸੁੱਖ ਲੁੱਟ ਲੈਂਦੇ ਨੇ। ਅੰਮ੍ਰਿਤ ਲੁੱਟ ਹੈ, ਮਨ ਮੁਖ ਨਹੀਂ ਬੁਝੈ, ਕੋਈ ਨਾ ਸੁਣੇ ਪੁਕਾਰਾ। ਸੋ ਇਸ ਦੇਹੀ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਡੇ ਭਲੇ ਵਾਸਤੇ ਬਣਾਏ ਨੇ, ਪਰ ਉਹ ਚੋਰ ਬਣ ਜਾਂਦੇ ਨੇ। ਇੰਡੀਆ ਵਿੱਚ ਮੈਂ ਦਿੱਲੀ ਵਿੱਚ ਆਉਂਦਾ ਵਾਂ, ਦਿੱਲੀ ਅੰਦਰ ਰਜੌਰੀ ਗਾਰਡਨ ਬੜੀ ਮਸ਼ਹੂਰ ਕਲੋਨੀ ਹੈ। ਜਿਹੜੇ ਮਕਾਨ ਮੈਂ ਦਿੱਲੀ ਤੋਂ ਜਾਂਦਿਆਂ 10-10 ਲੱਖ ਤੇ ਦੇਖ ਕੇ ਗਿਆ ਸੀ, ਉਹ ਹੁਣ 3-3, 5-5 ਕਰੋੜ ਦੇ ਨੇ। ਸੁੱਖਾਂ ਵਾਸਤੇ ਨੇ, ਪਰ ਜਦੋਂ ਮੈਂ ਗਿਆ ਤਾਂ ਇੰਨੀਆਂ ਕਾਰਾਂ ਨਹੀਂ ਸੀ ਹੁੰਦੀਆਂ ਦਿੱਲੀ ਦੇ ਵਿੱਚ, ਇੰਡੀਆ ਵਿੱਚ। ਅੱਜ ਕਾਰਾਂ ਹੋ ਗਈਆਂ, ਲੇਕਿਨ ਕਾਰਾਂ ਖੜੀਆਂ ਕਰਨ ਵੇਲੇ ਇਹੀ 10 ਲੱਖ ਦੇ ਮਕਾਨ ਵਾਲੇ, 3 ਕਰੋੜ ਦੇ ਮਕਾਨ ਵਾਲੇ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਨੇ। ਕਿਹਨੇ ਝਗੜਾ ਕੀਤਾ? ਤੇਰੀ ਕਾਰ ਇੱਥੇ ਕਿਉਂ ਖੜੀ ਹੋਈ? ਇਹ ਜਗ੍ਹਾ ਮੇਰੀ ਹੈ, ਇਹ ਸਾਡਾ ਮਕਾਨ ਹੈ। ਇਹ ਸੋਚਣੀ, ਇਸ ਸੋਚਣੀ ਦੇ ਕਾਰ ਉਹੀ ਜਿਹੜੀ ਕਾਰ ਔਰ ਮਕਾਨ ਸੁੱਖ ਬਣਨੇ ਸੀ, ਉਹ ਦੁੱਖ ਬਣ ਗਏ। ਕਾਮ ਕ੍ਰੋਧ ਲੋਭ ਅਹੰਕਾਰ ਮੇਰੇ ਸੁੱਖ ਵਾਸਤੇ ਬਣੇ ਸੀ, ਪਰ ਚੋਰ ਬਣ ਗਏ। ਕਦੋਂ? ਜਦੋਂ ਦੇਹੀ ਗਾਵਾਂ ਜਿਉ ਧਰਮ ਹੈ ਤੋ ਬਸੈ ਪੰਜ ਕਿਰਸਾਨਾ, ਨੈਨੂ ਨਕਟੂ श्रवणु रसपत इंद्री किया न माना। बाबा अब न बसोए गाँव, तेरा उन्हें गाँव अपसेट हो जाएगा। गाँव इस शरीर नूं कहंदे ने। क्यों? क्योंकि दे लुटेरे तेरे लुटणगे। लुटेरे भैड़े नहीं सन, काम क्रोध लोभ अहंकार भैड़े नहीं सन, कार और मकान भैड़ा नहीं है। दरअसल ਉਹਨੂੰ ਵਰਤਨ ਵੇਲੇ ਤੇਰੀ ਜਿਹੜੀ ਸੋਚਣੀ ਹੈ ਨਾ, ਉਹ ਭੈੜੀ ਹੈ। ਉਹ ਸੋਚਣੀ ਨੂੰ ਮਾਇਆ ਕਹਿੰਦੇ ਨੇ। ਸਾਧ ਸੰਗਤ ਜੀ, ਮੈਨੂੰ ਜੋ ਬਾਣੀ ਚੋਂ ਸਮਝ ਆਇਆ ਮੈਂ ਤੁਹਾਡੇ ਨਾਲ ਸਾਂਝ ਕਰ ਲਈ। ਕੱਲ ਕੋਈ ਆਖੇਗਾ ਮਕਾਨ ਮਾਇਆ ਹੁੰਦੀ ਹੈ, ਸੋਨਾ ਮਾਇਆ ਹੁੰਦਾ, ਪੈਸਾ ਮਾਇਆ ਹੁੰਦਾ ਹੈ, ਇਹ ਅੱਗੇ ਨਹੀਂ ਜਾਂਦੇ ਨੇ। ਸਾਧ ਸੰਗਤ ਜੀ, ਭਾਵੇਂ ਇਹਨਾਂ ਦਾ ਨਾਂ ਮਾਇਆ ਰੱਖੋ, ਭਾਵੇਂ ਨਾ ਜਾਓ, ਇਹ ਤਾਂ ਅੱਗੇ ਵੈਸੇ ਵੀ ਨਹੀਂ ਜਾਂਦੇ ਨੇ। ਫਿਰ ਅੱਗੇ ਕੌਣ ਜਾਂਦਾ ਹੈ? ਕੋਈ ਵੀ ਨਹੀਂ ਜਾਂਦਾ ਹੈ। ਕਿੱਥੇ ਜਾਂਦੇ ਨੇ? ਕਿਤੇ ਵੀ ਨਹੀਂ ਜਾਂਦੇ ਨੇ। ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਆਈ। ਗੁਰਬਾਣੀ ਦੇ ਖਰੇ ਖਰੇ ਫਰਮਾਨ ਨੇ। ਨਾ ਕੁਛ ਆਂਦਾ ਨਾ ਕੁਛ ਜਾਂਦਾ। ਕੌਣ ਹੁਆ ਰੇ ਕੌਣ ਹੁਆ? ਬ੍ਰਹਮ ਗਿਆਨੀ ਵਿਲ ਕਰੋ ਵਿਚਾਰੋ। ਇਹ ਤਾਂ ਚਲਤ ਪਿਆ, ਤਾਂ ਨਿਯਮ ਹੈ। ਸਰੀਰ ਪੈਦਾ ਹੋਇਆ ਸੀ, ਸਰੀਰ ਮਰ ਜਾਏਗਾ। ਕੁਛ ਆਇਆ ਨਹੀਂ, ਕੋਈ ਆਤਮਾ ਆਈ ਨਹੀਂ, ਕੋਈ ਆਤਮਾ ਗਈ ਨਹੀਂ। ਸਾਦੀ ਸਾਦੀ ਸੌਖੀ ਸੌਖੀ ਬਾਣੀ ਹੈ। ਕਹਿੰਦੇ ਜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਸ ਦੁਨੀਆ ਅੰਦਰ ਛੋੜ ਕੇ ਚਲੇ ਜਾਵਾਂਗੇ। ਨਹੀਂ, ਉਸ ਜਦੋਂ ਟੌਪਿਕ ਨੂੰ ਪੂਰਾ ਬਾਣੀ ਦੀ ਬਣਤਰ ਚੋਂ ਸਮਝਾਂਗੇ ਤਾਂ ਉਹ ਚੱਲ ਰਿਹਾ ਸਿੰਬਲ ਰੁਖ ਸਰਾਏ ਰਾਤ ਦੀਰਘਤ ਮੁਝ, ਮੇਰੀ ਹਿਪੋਕ੍ਰੇਸੀ ਦੇ ਬਾਰੇ ਚੱਲ ਰਿਹਾ, ਮੇਰੇ ਦਿਖਾਵੇ ਦੇ ਬਾਰੇ ਚੱਲ ਰਿਹਾ, ਮੇਰਾ ਮਨ ਹੋਰ ਮੁਖ ਹੋਰ ਬਾਰੇ ਚੱਲ ਰਿਹਾ। ਤਾਂ ਉਹਦੀ ਪੌੜੀ ਹੈ, ਤੇਰਾ ਇਹ ਜ਼ਿੰਦਗੀ ਰੂਪੀ ਕੱਪੜ ਸੁਹਾਵਣਾ ਹੋ ਸਕਦਾ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਇਹ ਦੁਨੀਆਦਾਰੀ ਛੱਡ, ਇਹ ਦਿਖਾਵਾ ਛੱਡ, ਇਹ ਪਖੰਡ ਛੱਡ। ਕੀ ਕਰ? ਅੰਦਰ ਜਾਵਣਾ, ਆਪਣੇ ਅੰਦਰ ਚਲਾ ਜਾ। ਅੰਦਰ ਰੱਬ ਜੀ ਵਸਦੇ ਨੇ, ਅੰਦਰ ਸੱਚਖੰਡ ਵਸੇ ਨਿਰੰਕਾਰ। ਅੰਦਰ ਜਾ ਕੇ ਵੇਖਣਾ। ਅੰਦਰ ਜਾਣ ਦਾ ਮਤਲਬ ਆਪਣੀ ਪੜਚੋਲ ਕਰਿਆ ਕਰ, ਆਪਣੀ ਗਿਰਵਾਨੀ ਝਾਂਕ ਕੇ ਵੇਖਿਆ ਕਰ। ਅੰਦਰ ਰੱਬ ਜੀ ਰਹਿੰਦੇ ਨੇ, ਉਹਨਾਂ ਦੀ ਗੱਲ ਸੁਣਿਆ ਕਰ। ਆਪ ਨਰੈ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲਿਖ। ਭੈੜੇ ਖਿਆਲ ਸੋਚਦਾ, ਇਹਨਾਂ ਨੂੰ ਮਾਇਆ ਕਹਿੰਦੇ ਨੇ। ਭੈੜੇ ਖਿਆਲਾਂ ਦੇ ਨਾਲ ਕਾਮ ਕ੍ਰੋਧ ਲੋਭ ਅਹੰਕਾਰ ਸਤਾਨਗੇ। ਭੈੜੇ ਖਿਆਲ ਰੂਪੀ ਮਾਇਆ ਛੱਡ ਦੇ, ਕਾਮ ਕ੍ਰੋਧ ਲੋਭ ਅਹੰਕਾਰ ਨਹੀਂ ਲੁੱਟਣਗੇ। ਸੌਖਾ ਤੇ ਸਾਦਾ ਗੁਰਮਤ ਦਾ ਸੁਨੇਹਾ। ਮਰਨ ਤੋਂ ਬਾਅਦ ਵਾਲੇ ਲੇਖੇ ਜੋਖੇ ਦੀ ਮੈਂ ਗੱਲ ਨਹੀਂ ਕਰ ਰਿਹਾ। ਜੀਂਦੇ ਜੀ ਅੱਜ ਹੁਣੇ ਜਿਹੜੇ ਲੇਖੇ ਜੋਖੇ ਤੰਗ ਕਰ ਰਹੇ ਨੇ, ਉਹਨਾਂ ਦੀ ਗੱਲ ਚੱਲ ਰਹੀ ਹੈ। ਹੁਣੇ ਜਿਹੜੇ ਜੰਮ ਚੰਬੜੇ ਹੋਏ ਨੇ, ਉਹਨਾਂ ਦੀ ਗੱਲ ਚੱਲ ਰਹੀ ਹੈ।
ਜਿਸ ਨੂੰ ਅੱਜ ਜੰਮ ਚਮੜਿਆ ਹੋਇਆ ਹੈ ਉਹ ਮਰਨ ਤੋਂ ਬਾਅਦ ਅਖੰਡ ਪਾਠ ਰਖਾ ਲੇ, ਮਰਨ ਤੋਂ ਬਾਅਦ ਕਿਸੇ ਸੱਚਖੰਡ ਦੀ ਗੱਲ ਕਰੇ, ਇਹ ਤਾਂ ਉਹਦਾ ਮਨ ਦਾ ਟਕੋਸਲਾ ਹੈ। ਜਿਹਨੂੰ ਅੱਜ ਜੰਮ ਨੇ ਨਹੀਂ ਛੱਡਿਆ, ਮਰਨ ਤੋਂ ਬਾਅਦ ਕੀ ਛੱਡੇਗਾ। ਪਰ ਜਿਸ ਦਾ ਅੱਜ ਜੰਮ ਛੁੱਟ ਗਿਆ ਉਹ ਕਹਿੰਦਾ ਹੈ ਬੌਰਮ ਕਾਏ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ ਹੁਕਮੇ ਬੂਝ ਸਮਾਵੇਂਗੇ। ਉਹ ਕਹਿੰਦਾ ਆਜ ਮਿਲਾਵਾ ਸ਼ੇਖ ਫਰੀਦ, ਮੇਰਾ ਅੱਜ ਰੱਬ ਜੀ ਨਾਲ ਮਿਲਨ ਹੋ ਗਿਆ ਹੈ, ਮੈਨੂੰ ਅੱਜ ਰੱਬ ਜੀ ਖੁਦਾ ਨੇ ਆਪਣੀ ਜੱਫੀ ਵਿੱਚ ਲੈ ਲਿਆ ਹੈ। ਮੈਂ ਮਨ ਕੀ ਮਤ ਵੱਲੋਂ ਮਰ ਕੇ ਆਪਣੀ ਕਬਰ ਖੋਦੀ, ਮੇਰਾ ਕਿਆਮਤ ਦਾ ਦਿਨ ਆ ਗਿਆ, ਮੇਰਾ ਖੁਦਾ ਆ ਗਿਆ, ਮੇਰੇ ਖੁਦਾ ਨੇ ਮੈਨੂੰ ਅੱਜ ਜੱਫੀ ਪਾ ਲਈ ਹੈ। ਬਚਨ ਸਿੰਘ ਜੀ, ਤੁਹਾਡਾ ਸਵਾਲ ਦਾ ਉੱਤਰ ਹੋ ਗਿਆ। ਹਾਂਜੀ, ਇਹ ਗੱਲ ਹੋ ਰਿਹਾ। ਮੈਂ ਤੁਹਾਡੇ ਉੱਤੇ ਆਪਣੀ ਬੋਲ ਜੋ ਬੋਲੇ ਨੇ ਉਹਨੂੰ ਤੁਹਾਨੂੰ ਥੋਪਣ ਨਹੀਂ ਆਇਆ। ਮੈਨੂੰ ਜੋ ਸਮਝ ਆਇਆ ਮੈਂ ਉਹ ਸਾਂਝ ਕੀਤੀ ਹੈ। ਸਾਡੀ ਪੁਸਤਕ ਵੀ ਤੁਸੀਂ ਪੜ੍ਹਨਾ, ਤੁਹਾਨੂੰ ਹੋਰ 40 ਸਵਾਲ ਪੈਦਾ ਹੋ ਜਾਣਗੇ। ਪੁਸਤਕ ਤੁਹਾਨੂੰ ਬਾਹਰ ਮਿਲੇਗੀ, ਜੀਵਨ ਮੁਕਤ। ਉਹਦੇ ਵਿੱਚ ਹੈ ਮਰਨ ਤੋਂ ਬਾਅਦ ਸਵਰਗ, ਨਰਕ, ਜੰਮ, ਲੋਕ, ਪਰਲੋਕ, ਮੱਥੇ ਲਿਖੇ ਭਾਗ ਔਰ ਇਸ ਕਿਸਮ ਦੀਆਂ ਪੂਰਬਲੇ ਕਰਮ, ਇਹ ਸਾਰੀਆਂ ਗੱਲਾਂ ਔਰ ਇਹਨਾਂ ਦੇ ਸ਼ਬਦ ਅਤੇ ਕਈ ਜਨਮ ਪੈ ਕੀਟ ਪਤੰਗਾ ਤੋਂ ਲੈ ਕੇ ਲੇਖਾ ਰੱਬ ਮੰਗੇਸੀਆ, ਇਹ ਸਾਰੇ ਸ਼ਬਦ ਅਸੀਂ ਉਹਦੇ ਵਿੱਚ ਵਿਚਾਰੇ ਨੇ। ਉਹ ਪੁਸਤਕ ਤੁਸੀਂ ਲੈ ਕੇ ਪੜ੍ਹ ਸਕਦੇ ਹੋ। ਪਰਿਵਾਰ ਵਿੱਚ 4 ਲਾਵਾਂ ਦੇ ਨਾਲ ਸੁਖੀ ਜੀਵਨ ਕਿਵੇਂ ਬਿਤਾਈਦਾ ਹੈ, ਉਹ ਪੁਸਤਕ ਦਿਲ ਨੂੰ ਦਿਲਾਂ ਦੀ ਰਾਹ ਤੁਸੀਂ ਬਾਹਰ ਲੈ ਕੇ ਪੜ੍ਹ ਸਕਦੇ ਹੋ। 4 ਲਾਵਾਂ ਅਨੁਸਾਰ ਜ਼ਿੰਦਗੀ ਕਿਵੇਂ ਜੀਵੀਦਾ ਹੈ, ਰੱਬੀ ਗੁਣਾਂ ਦੀ ਜਪਜੀ ਸਾਹਿਬ ਸਚਿਆਰਾ ਕਿਵੇਂ ਬਣੀ ਹੈ, ਇਹ ਸਾਰੀਆਂ ਪੁਸਤਕਾਂ ਤੁਹਾਨੂੰ ਬਾਹਰ ਮਿਲਣਗੀਆਂ। ਉਸ ਤੋਂ ਇਲਾਵਾ ਤੁਸੀਂ ਸਤਸੰਗੀ ਹੋ, ਬਾਣੀ ਪੜ੍ਹਦੇ ਹੋ, ਸਾਡੇ ਨਾਲ ਸਵਾਲ ਜਵਾਬ ਕਰਦੇ ਰਿਹਾ ਕਰੋ। ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਅਸਲ ਵਿੱਚ ਅਸੀਂ ਸੰਗਤ ਵਿੱਚ ਜਾਂ ਕਿਤੇ ਘਰ ਵੀ ਪਾਠ ਬਥੇਰਾ ਕਰਦੇ ਹਾਂ, 25 ਪਾਠ ਕਰਦੇ ਹਾਂ, ਕਾਊਂਟਿੰਗ ਕਰਕੇ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹਾਂ। ਪਰ ਗੁਰਬਾਣੀ ਤੇ ਕਹਿੰਦੀ ਹੈ ਕਬੀਰ ਪਾਪੀ ਭਗਤ ਨਾ ਭਾਵਈ, ਤੇ ਗੁਰਬਾਣੀ ਦੇ ਅਕੋਰਡਿੰਗ ਉਹ ਕਿਹੜੀ ਭਗਤੀ ਹੈ ਜਿਹੜੀ ਪਾਪੀ ਨੂੰ ਭਾਉਂਦੀ ਨੇ? ਹਾਂਜੀ, ਪਾਪੀ ਭਗਤ ਨਾ ਭਾਵੇ ਹਰ। ਪਹਿਲੀ ਗੱਲ ਤੇ ਗਿਣਤੀਆਂ ਮਿਣਤੀਆਂ ਵਿੱਚ ਸਾਨੂੰ ਨਹੀਂ ਪੈਣਾ ਚਾਹੁੰਦਾ। ਲੇਖੇ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ। ਲੇਖੇ ਵਿੱਚ ਅਸੀਂ ਪੈਣਾ ਹੀ ਨਹੀਂ ਹੈ। ਅਸੀਂ ਗਿਣਤੀਆਂ ਵਿੱਚ ਪੈ ਕੇ ਜਿਹੜੇ ਲੇਖੇ ਲਿਖਦੇ ਰਹਿੰਦੇ ਹਾਂ, ਅਸੀਂ ਸਤਿਗੁਰੂ ਜੀ ਦੇ ਨਾਲ ਲਾਗਾ ਤਾਗੀ ਔਰ ਧੰਦਾ ਕਰਦੇ ਹਾਂ। ਮੈਂ ਇਤਨੇ ਲੱਖ ਪਾਠ ਕਰਾਂਗੀ, ਮੇਰੀ ਫਲਾਣੀ ਮੰਨਤ ਪੂਰੀ ਕਰੋ। ਫਿਰ ਇੱਛਾ ਪੂਰਕ ਤੇ ਨਾ ਹੋਇਆ ਨਾ, ਸੰਤੋਖ ਤੇ ਨਾ ਆਇਆ, ਦੁਨਿਆਵੀ ਇੱਛਾਵਾਂ ਰੱਖੀਆਂ। ਸੋ ਪਹਿਲੀ ਗੱਲ ਤੇ ਅਸੀਂ ਗਿਣਤੀ ਮਿਣਤੀ ਕਰਦੇ ਨਹੀਂ ਹਾਂ। ਪਾਪੀ ਭਗਤ ਨਾ ਭਾਵੀ, ਭਗਤ ਦਾ ਮਤਲਬ ਕੀ ਹੁੰਦਾ ਹੈ? ਭਗਤ ਦਾ ਮਤਲਬ ਹੁੰਦਾ ਹੈ ਮਨ ਨਿਜ ਘਰ ਚੋਂ ਚੰਗੇ ਗੁਣਾਂ ਦੀ ਮੱਤ ਰੂਪੀ ਦੁੱਧ ਲੈ ਕੇ ਸਾਰੇ ਇੰਦਰੀ ਗਿਆਨੇਂਦਰੀਆਂ ਨੂੰ ਵੰਡਦਾ, ਇਸ ਅਵਸਥਾ ਨੂੰ ਭਗਤ ਕਹਿੰਦੇ ਨੇ। ਸੋ ਜਿਹੜਾ ਭੈੜਾ ਮਨੁੱਖ ਹੁੰਦਾ, ਜਿਹਨੇ ਮਨ ਦੇ ਖਿਆਲੇ ਹੁੰਦੇ ਨੇ, ਅਸੰਤੋਖੀ ਹੁੰਦਾ ਹੈ, ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਇਹਨੂੰ ਕਹਿੰਦੇ ਨੇ ਪਾਪੀ ਭਗਤ ਨਾ ਭਾਵੀ। ਠੀਕ ਹੈ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ। ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਸੰਗਤ, ਇਹਨਾਂ ਦੇ ਪ੍ਰੇਮ ਦੇ ਰਸ ਦੀ ਬਾਣੀ ਦਾ ਜਸ ਗਾਉਂਦਿਆਂ ਇੱਛਾਪੁਰਖ ਜਾਂ ਤੱਤੀ ਵਾਉ ਦਾ ਸ਼ਬਦ ਸੁਣਾਇਆ, ਵਿਆਖਿਆ ਕੀਤੀ। ਭਗਵਾਨਪੁਰ ਨਗਰ ਖੇੜੇ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ। ਅਤੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇੱਦਾਂ ਦੇ ਸਤਸੰਗ ਸਦਾ ਹੀ ਸਾਡੇ ਇਸ ਦਿਨ ਹੋਣ, ਔਰ ਗੁਰੂ ਮਹਾਰਾਜ ਸਾਡੇ ਬੱਚਿਆਂ ਨੂੰ, ਸਾਡੇ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਬੱਚੀਆਂ ਨੂੰ ਸਤਿਕਾਰ ਮਿਲੇ। ਇਸ ਵਿਆਖਿਆ ਦਾ ਫਲ ਗੁਰੂ ਮਹਾਰਾਜ ਇਹਨਾਂ ਦੀ ਝੋਲੀ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ, ਮਿਹਰਬਾਨੀ। ਵਾਹਿਗੁਰੂ ਜੀ ਕੀ ਕੋ। ਮੇਰਾ ਕੁਐਸਚਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਰਾਗੀ ਹੀ ਪੜ੍ਹ ਸਕਦਾ ਹੈ ਕਿ ਕੋਈ ਵੀ ਆ ਕੇ, ਕਿਉਂਕਿ ਇਹ ਗੁਰਦੁਆਰਾ ਹੈ, ਕੋਈ ਵੀ ਆ ਕੇ ਸਤਿਕਾਰ ਨਾਲ, ਅਦਬ ਨਾਲ ਹੱਥ ਪੈਰ ਧੋ ਕੇ
ਕੋਈ ਵੀ ਆ ਕੇ ਇੱਥੋਂ ਆਪਣੇ ਵਾਸਤੇ, ਸੰਗਤ ਵਾਸਤੇ ਨਹੀਂ ਮੈਂ ਗੱਲ ਕਰ ਰਿਹਾ, ਆਪਣੇ ਵਾਸਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਦਾ ਹੈ ਜਾਂ ਨਹੀਂ? ਹਾਂਜੀ, ਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ, ਪਰ ਗੁਰਦੁਆਰੇ ਵਿੱਚ ਪ੍ਰਚਾਰ ਕਰਨ ਦਾ ਹੱਕ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੀ ਰਹਿਤ ਮੇਰੇ ਅਨੁਸਾਰ ਉਹੀ ਕਰੇ ਜਿਹਨੇ ਖੰਡੇ ਬਾਟੇ ਕੀ ਪੌਲ ਛਕੀ। ਬਾਕੀ ਹਰ ਆਪਣੇ ਵਾਸਤੇ ਹਰ ਕਿਸੇ ਨੂੰ ਪੜ੍ਹਨਾ ਚਾਹੀਦਾ ਹੀ ਹੈ। ਤੇ ਮੇਰਾ ਦੂਜਾ ਕੁਐਸਚਨ ਇਹ ਹੈ ਥੋੜਾ ਜਿਹਾ ਉੱਚਾ ਬੋਲੋ। ਕਿ ਜਿੱਦਾਂ ਹਰ ਕੋਈ ਆਂਦਾ ਹੈ ਤੇ ਹਰ ਕੋਈ ਇੱਦਾਂ ਕਿਹਾ ਜਾਂਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗੋ, ਕਿ ਇਹ 5 ਚੋਰ ਨੇ, ਇਹ ਤੁਹਾਡੇ ਜੀਵਨ ਨੂੰ ਖਰਾਬ ਕਰ ਰਹੇ ਨੇ ਜੇ ਤੁਹਾਡੇ 'ਚ ਇਹ ਹੈਗੇ ਨੇ। ਜਿੱਦਾਂ ਮੈਂ ਦੇਖਦਾ ਹੈ ਕਿ ਸਾਰੀ ਦੁਨੀਆ ਵਿੱਚ ਘੁੰਮ ਕੇ ਆਏ, ਇਹ ਸਾਰਿਆਂ ਕੋਲ ਹੈਗੇ ਨੇ, ਸਾਰੇ ਬੰਦੇ ਇਹਨਾਂ ਦੇ ਨਾਲ ਹੀ ਜੀ ਰਹੇ ਨੇ। ਪਰ ਜਦ ਅਸੀਂ ਗੁਰਦੁਆਰੇ ਵਿੱਚ ਆਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ, ਕਿਸੇ ਵੀ ਕੋਈ ਵੀ ਪ੍ਰਚਾਰਕ ਜਾਂ ਕਿਸੇ ਨੂੰ ਵੀ ਮਿਲਦੇ ਹੈ ਅਤੇ ਉਹ ਕਹਿੰਦਾ ਇਹ ਚੀਜ਼ਾਂ ਤਿਆਗਣੀਆਂ ਬੜੀਆਂ ਮੁਸ਼ਕਲ ਹੈ, ਇਹਨਾਂ ਤਿਆਗਿਆ ਬਿਨਾਂ ਤੁਹਾਨੂੰ ਰੱਬ ਨਹੀਂ ਮਿਲਣਾ। ਅਤੇ ਮੇਰਾ ਕੁਐਸਚਨ ਇਹ ਕਿ ਰੱਬ ਕਿੱਦਾਂ ਮਿਲੂਗਾ? ਇਹਨਾਂ ਨੂੰ ਤਿਆਗ ਕੇ ਮਿਲੂਗਾ, ਇਹਨਾਂ ਦੇ ਨਾਲ ਮਿਲੂਗਾ, ਜਾਂ ਇਹਨਾਂ ਦੇ ਬਿਨਾਂ ਮਿਲੂਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਨੁਸਾਰ ਅਸੀਂ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਸਮਝਦੇ ਹਾਂ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਅਸੀਂ ਸਾਰੇ ਰੱਬ ਜੀ ਵੱਲੋਂ ਜਦੋਂ ਬਣਾਏ ਗਏ ਹਾਂ ਤਾਂ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ ਪਾਏ ਗਏ ਨੇ, ਸਾਡੇ ਭਲੇ ਵਾਸਤੇ ਪਾਏ ਗਏ ਨੇ। ਪਰ ਜਿਸ ਦਾ ਪਹਿਲੇ ਕੁਐਸਚਨ ਦਾ ਆਨਸਰ ਹੋਇਆ ਸੀ ਕਿ ਮੇਰਾ ਮਨ ਅਗਿਆਨਤਾ ਵਸ ਇਹਨਾਂ ਨੂੰ ਵਰਤਦਾ ਹੈ, ਤਾਂ ਉਹ ਉਸ ਦਾ ਮਦ ਨਸ਼ਾ ਕਰਨ ਲੱਗ ਪੈਂਦਾ। ਕਿਸੇ ਨੂੰ ਕਾਮ ਦਾ ਨਸ਼ਾ ਹੋ ਜਾਂਦਾ, ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਮੋਹ ਦਾ। ਇਹ ਹੰਕਾਰ ਦੀ ਨਿਸ਼ਾਨੀ ਹੈ। ਤਾਂ ਜਦੋਂ ਸਤਿਗੁਰ ਦੀ ਮੱਤ ਲੈ ਕੇ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੈ ਮੰਦਾ ਕਰਦੇ ਹਾਂ, ਤਾਂ ਜਿਨ੍ਹਾਂ ਨੂੰ ਵੈਰੀ ਸਮਝਦੇ ਹਾਂ ਕਾਮ, ਕ੍ਰੋਧ, ਹੰਕਾਰ, ਇਹ ਫਿਰ ਸਾਡਾ ਭਲਾ ਕਰਨ ਲੱਗ ਪੈਂਦੇ ਨੇ। ਇਹ ਸਾਰੇ ਦਾਸ ਬਣ ਜਾਂਦੇ ਨੇ, ਸੇਵਕ ਬਣ ਜਾਂਦੇ ਨੇ। ਇਹਨਾਂ ਨੂੰ ਛੱਡਣਾ ਨਹੀਂ ਹੈ, ਇਹਨਾਂ ਨੂੰ ਨਿਯਮ, ਹੁਕਮ, ਰਜ਼ਾ, ਭਾਣੇ ਅਨੁਸਾਰ ਵਰਤਣਾ ਹੈ। ਫਰਜ਼ ਕਰੋ ਮੈਨੂੰ ਕ੍ਰੋਧ ਆਇਆ, ਕਦੋਂ ਆਇਆ? ਫਰਜ਼ ਕਰੋ ਮੇਰੀ ਬੇਟੀ ਨੂੰ ਕਿਸੇ ਨੇ ਦਾਜ ਦੇ ਨਾਂ ਹੇਠਾਂ ਸਾੜ ਦਿੱਤਾ, ਹੁਣ ਮੈਨੂੰ ਕ੍ਰੋਧ ਚੜ੍ਹੇਗਾ। ਮੇਰਾ ਮੋਹ ਵੀ ਸੀ ਮੇਰੀ ਬੱਚੀ ਨਾਲ, ਪਰ ਆਪਣੇ ਬੱਚੇ ਦੇ ਨਾਲ ਜਿਹੜਾ ਮੋਹ ਹੈ, ਇਸ ਮੋਹ ਨੂੰ ਸਾਰੀ ਦੁਨੀਆ ਦੇ ਬੱਚਿਆਂ ਨਾਲ ਵਰਤਣ ਲੱਗ ਪਵੋ ਤਾਂ ਇਹ ਮੋਹ ਚੰਗੇ ਵਾਲਾ ਮੋਹ ਹੋ ਗਿਆ। ਤੇ ਕ੍ਰੋਧ ਮੈਂ ਕਰਾਂ, ਕ੍ਰੋਧ ਕਰਨ ਦਾ ਤਰੀਕਾ ਹੈ ਕਿ ਜਿਨ੍ਹਾਂ ਨੇ ਸਾੜਿਆ ਮੈਂ ਉਹਨਾਂ ਨੂੰ ਪਕੜ ਕੇ ਕਚਹਿਰੀ 'ਚ ਲੈ ਜਾਂ ਤਾਂ ਦਿਨ ਰਾਤ ਕਚਹਿਰੀ 'ਚ ਕੇਸ ਲੜਦਾ ਰਵਾਂ। ਇਸ ਦੇ ਬਦਲੇ ਮੈਂ ਆਪਣੇ ਕ੍ਰੋਧ ਨੂੰ ਸਾਰੀ ਦੁਨੀਆ ਦੀਆਂ ਜਿਤਨੀਆਂ ਬੱਚੀਆਂ ਨੇ ਉਹਨਾਂ ਵਾਸਤੇ ਵਰਤਾਂ ਕਿ ਮੈਂ ਸਮਾਜ ਐਸੇ ਵਾਲਾ ਬਣਾ ਦਿਆਂਗਾ ਅੱਗੋਂ ਤੋਂ, ਤਾਂ ਕਿ ਮੇਰੀ ਬੱਚੀ ਵਾਂਗੂ ਕਿਸੇ ਨੂੰ ਕੋਈ ਦਾਜ ਦੇ ਨਾਂ ਹੇਠਾਂ ਨਾ ਸਾੜ ਸਕੇ। ਸੋ ਮੇਰਾ ਕ੍ਰੋਧ ਵੀ ਠੀਕ ਹੋ ਗਿਆ। ਇਸ ਦਾ ਆਪਣੇ ਕਾਮ, ਕ੍ਰੋਧ, ਹੰਕਾਰ ਨੂੰ ਸੋਧਣਾ, ਇਹ ਦੁਸ਼ਮਣ ਨਹੀਂ ਨੇ। ਮਨ ਕੀ ਮਤ ਦੇ ਕਾਰਨ ਇਹ ਦੁਸ਼ਮਣ ਬਣ ਗਏ। ਮਨ ਨੂੰ ਕੁੱਟ-ਕੁੱਟ ਮਨ ਕਸਵੱਟੀ ਲਾਵਿਆ ਕਰਨਾ ਹੈ ਤਾਂ ਕਿ ਇਹ ਸਾਰੇ ਮਿੱਤਰ ਬਣ ਜਾਣ ਔਰ ਇਹਨਾਂ ਨੂੰ ਚੰਗੇ ਦੁਨੀਆ ਦੇ ਭਲੇ ਕੰਮਾਂ ਵਾਸਤੇ ਵਰਤਿਆ ਜਾ ਸਕੇ। ਤੁਹਾਡਾ ਸਵਾਲ ਆਨਸਰ ਹੋ ਗਿਆ? ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦੀ ਹਾਂ ਕਿ ਗੁਰਦੁਆਰੇ ਰੋਜ਼ ਸਵੇਰੇ ਸ਼ਾਮ ਜਾਣਾ ਜ਼ਰੂਰੀ ਹੈ ਕਿ ਘਰ ਬਹਿ ਕੇ ਵੀ ਤੇ ਆਇਆ ਜਾ ਸਕਦਾ। ਟੀਵੀ 'ਚ ਬੜੇ ਵਧੀਆ ਪ੍ਰੋਗਰਾਮ ਆਉਂਦੇ ਨੇ, ਕਥਾ ਕੀਰਤਨ ਸਭ ਕੁਝ ਆਉਂਦਾ ਹੈ, ਕਿ ਦਿਖਾਵੇ ਵਿੱਚ ਜਾਓ, ਫਿਰ ਜਾਓ ਸਵੇਰੇ ਜੇ ਚਲੇ ਵੀ ਗਏ 4 ਵਜੇ ਤੇ ਲੋਕੀ ਕਹਿੰਦੇ ਬੜੀ ਭਗਤ ਨਹੀਂ ਹੈ, ਬੜਾ ਪਾਠ ਕਰਦੀ ਹੈ, ਕਿ ਘਰ ਬਹਿ ਕੇ ਵੀ ਅਸੀਂ ਕਰ ਸਕਦੇ ਹਾਂ, ਕਿ ਗੁਰਦੁਆਰੇ ਡੇਲੀ ਰੂਟੀਨ ਵੀ ਸਵੇਰੇ ਸ਼ਾਮ ਜਾਣਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਂ ਹੈ ਭੈਣ ਜੀ? ਬਲਵਿੰਦਰ ਕੌਰ। ਮਨਵਿੰਦਰ ਭੈਣ ਜੀ, ਅਸੀਂ ਗੁਰਦੁਆਰੇ ਜਾਣ ਦਾ ਮਕਸਦ ਸਮਝੇ ਬਾਣੀ 'ਚੋਂ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਹ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਅਸੀਂ ਬਾਣੀ 'ਚੋਂ ਸਤਿਗੁਰ ਦਾ ਸੁਨੇਹਾ ਲੈ ਕੇ ਇਆਣੇ ਤੋਂ ਸਿਆਣਾ ਬਣਨ ਆਉਂਦੇ ਹਾਂ। ਦੂਜੇ ਪਾਸੇ ਅਸੀਂ ਇਹਨੂੰ ਕਹਿੰਦੇ ਹਾਂ ਨਾ, ਸਤਸੰਗਤ ਸਤਿਗੁਰ ਚ ਟਸਾਲ ਹੈ, ਜਿਤ ਹਰ ਗੁਣ ਸਿੱਖਾ। ਅਸੀਂ ਸੱਚ ਦੀ ਸੰਗਤ ਕਰਕੇ ਚੰਗੇ ਗੁਣ ਸਿੱਖਦੇ ਹਾਂ। ਸਤਸੰਗਤ ਵਿੱਚ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਸਾਡੀ ਸੁਰਤ ਮਤ ਬੁੱਧ ਘੜੀ ਜਾਂਦੀ ਹੈ। ਪਰ ਅਸੀਂ ਸੰਗਤ ਕਿਹਦੀ ਕਰਦੇ ਹਾਂ? 4 ਦੀਵਾਰਾਂ ਦੀ ਕਰਦੇ ਹਾਂ
ਜਾਂ ਮਨੁੱਖਾਂ ਦੀ ਕਰਦੇ ਹਾਂ ਤਾਂ ਗੜਬੜ ਹੋਏਗੀ। ਅਸੀਂ ਚਾਰ ਦੀਵਾਰਾਂ ਦੀ ਸੰਗਤ ਨਹੀਂ ਕਰਨੀ ਹੈ, ਅਸੀਂ ਮਨੁੱਖਾਂ ਦੀ ਸੰਗਤ ਨਹੀਂ ਕਰਨੀ ਹੈ, ਅਸੀਂ ਸੰਗਤ ਕਰਨੀ ਹੈ ਸਤਿਗੁਰ ਦੀ। ਉਹਨੂੰ ਕਹਿੰਦੇ ਨੇ ਸਤਿਗੁਰ ਬਾਝੋਂ ਸੰਗਤ ਨਾ ਹੋਈ। ਸਤਿਗੁਰ ਦੀ ਸੰਗਤ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਕਰਨੀ ਚਾਹੀਦੀ ਹੈ, ਪਰ ਜਦੋਂ ਅਸੀਂ ਪ੍ਰਦੇਸਾਂ 'ਚ ਜਾਂਦੇ ਹਾਂ ਨਾ, ਤਾਂ ਪ੍ਰਦੇਸਾਂ 'ਚ ਜਾ ਕੇ ਨਾ ਚਾਰੋਂ ਪਾਸੇ ਦੂਜੇ ਮਜ਼ਹਬਾਂ ਵਾਲੇ ਲੋਕ ਰਹਿ ਰਹੇ ਹੁੰਦੇ ਨੇ, ਸਾਨੂੰ ਆਪਣਾ ਕੋਈ ਵੀ ਵਾਕਫ ਨਹੀਂ ਮਿਲਦਾ। ਇੱਕ ਤਰੀਕਾ ਮਿਲ ਜਾਂਦਾ ਹੈ ਕਿ 7 ਦਿਨ ਕੰਮ ਕਰਨ ਤੋਂ ਬਾਅਦ ਐਤਵਾਰ ਨੂੰ ਸਾਰੇ ਗੁਰਦੁਆਰੇ ਇਕੱਠੇ ਹੋ ਜਾਂਦੇ ਨੇ। ਜਦੋਂ ਗੁਰਦੁਆਰੇ ਇਕੱਠੇ ਹੋ ਜਾਂਦੇ ਨੇ ਤਾਂ ਉੱਥੋਂ ਇੱਕ ਦੂਜੇ ਨਾਲ ਆਪਣਾ ਸੁੱਖ ਦੁੱਖ ਵੀ ਫਰੋਲ ਲੈਂਦੇ ਹਾਂ, ਇੱਕ ਦੂਜੇ ਨਾਲ ਰਲ ਕੇ ਲੰਗਰ ਵੀ ਖਾ ਲੈਂਦੇ ਹਾਂ, ਇੱਕ ਦੂਜੇ ਨਾਲ ਰਲ ਕੇ ਸ਼ਬਦ ਵਿਚਾਰ ਵੀ ਕਰ ਲੈਂਦੇ ਹਾਂ। ਦਰਅਸਲ ਤੇ ਮੈਨੂੰ ਸਤਿਗੁਰ ਨਾਲ ਜੁੜਨਾ ਹੈ, ਲੇਕਿਨ ਗੁਰਦੁਆਰੇ ਦਾ ਮਕਸਦ ਹੈ ਕਿ ਗੁਰਦੁਆਰਾ ਸਾਡੇ ਗ੍ਰਾਂ ਨੂੰ, ਸਾਡੇ ਪਿੰਡ ਨੂੰ, ਸਾਡੇ ਘਰ ਨੂੰ, ਸਾਡੇ ਸ਼ਹਿਰ ਨੂੰ, ਸਾਡੇ ਸਮਾਜ ਨੂੰ ਵੀ ਠੀਕ ਕਰਦਾ ਹੈ। ਮੈਨੂੰ ਬਾਣੀ ਚੋਂ ਸਿੱਖਣਾ ਹੈ, ਜ਼ਾਤ ਪਾਤ ਨਹੀਂ ਮੰਨਣੀ। ਲੇਕਿਨ ਜਦੋਂ ਮੈਂ ਗੁਰਦੁਆਰੇ ਆਇਆ, ਮੈਨੂੰ ਇਹ ਪ੍ਰੈਕਟੀਕਲ ਦੇਖਣ ਨੂੰ ਮਿਲਿਆ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਅਮੀਰ, ਗਰੀਬ, ਜੱਟ, ਪਾਪਾ, ਰਾਮਗੜੀਆ, ਰਵਦਾਸੀਆ ਔਰ ਦਲਿਤ ਔਰ ਸਾਰੇ ਹਰ ਕਿਸਮ ਦੀ ਜ਼ਾਤ ਵਾਲੇ ਸਾਰੇ ਇਕੱਠੇ ਬੈਠੇ ਹੋਏ ਨੇ। ਇਹ ਮੈਨੂੰ ਪ੍ਰਤੱਖ ਦਿਖਾਇਆ ਗਿਆ ਗੁਰਦੁਆਰੇ ਅੰਦਰ। ਸਾਰੇ ਇਕੱਠੇ ਬੈਠ ਕੇ ਲੰਗਰ ਛਕਦੇ ਨੇ, ਕੋਈ ਛੂਆ ਛੂਤ ਨਹੀਂ ਹੈ। ਠੀਕ ਹੈ। ਇਸ ਤੋਂ ਇਲਾਵਾ ਗੁਰਦੁਆਰੇ ਦੀ ਜਿੰਨੀ ਪ੍ਰੈਕਟਿਸ ਕੀਤੀ ਜਾਂਦੀ ਹੈ, ਉਹ ਸਾਡੇ ਸਾਰੇ ਸਮਾਜ ਦੀ ਦਿਮਾਗ ਦੀ ਬਣਤਰ ਬਣਾਉਂਦੀ ਹੈ। ਗੁਰਦੁਆਰਾ ਭਗਤੀ ਦੀ ਜਗ੍ਹਾ ਨਹੀਂ ਹੈ, ਗੁਰਦੁਆਰਾ ਵਰਸ਼ਿਪ ਵਾਸਤੇ ਨਹੀਂ ਹੈ। ਗੁਰਦੁਆਰੇ ਕੇਵਲ ਸਤਿਗੁਰ ਜੀ ਨਹੀਂ ਵਸਦੇ ਨੇ। ਸਤਿਗੁਰ ਮੇਰਾ ਸਦਾ ਸਦਾ ਹੈ, ਸਭ ਜਗ੍ਹਾ ਹੈ, ਹਾਜ਼ਰ ਨਾਜ਼ਰ ਹੈ। ਸਤਿਗੁਰ ਤੇ ਸਭ ਜਗ੍ਹਾ ਹੈ। ਮੇਰਾ ਆਪਣਾ ਜੀਵਨ ਸਵਾਰਨ ਵਾਸਤੇ ਤਾਂ ਮੈਨੂੰ ਬਾਣੀ ਹੀ ਪੜ੍ਹਨੀ ਪਏਗੀ, ਭਾਵੇਂ ਜਿਸ ਤਰ੍ਹਾਂ ਮਰਜ਼ੀ ਮੈਂ ਕਰਾਂ। ਲੇਕਿਨ ਜੇ ਮੈਂ ਦਿਖਾਵੇ ਵਾਸਤੇ ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਹਾਂ ਤਾਂ ਮੇਰੀ ਗੜਬੜ ਹੈ। ਮੈਨੂੰ ਸਤਿਗੁਰ ਦੀ ਬਾਣੀ ਦੇ ਨਾਲ ਜੁੜਨਾ ਹੈ, ਭਾਵੇਂ ਮੈਂ ਸਵੇਰੇ ਸ਼ਾਮ ਜਾ ਕੇ ਜੁੜਾਂ, ਭਾਵੇਂ ਮੈਂ ਘਰ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਲੇਕਿਨ ਸਾਡੇ ਸਮਾਜ ਦਾ ਜਿਹੜਾ ਸੁਧਾਰ ਹੁੰਦਾ ਗੁਰਦੁਆਰੇ ਦੇ ਨਾਲ, ਔਰ ਪ੍ਰਦੇਸਾਂ ਵਿੱਚ ਵੀ ਜਾ ਕੇ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਰਹਿੰਦੇ ਹਾਂ ਔਰ ਸਮਾਜ ਸਾਡਾ ਸੰਵਰਦਾ ਜਾਂਦਾ ਹੈ। ਇਹ ਸਾਰਾ ਸਾਨੂੰ ਗੁਰਦੁਆਰੇ ਦਾ ਲਾਹਾ ਪ੍ਰਾਪਤ ਹੁੰਦਾ ਹੈ। ਪਰ ਅਲਟੀਮੇਟਲੀ ਅਸੀਂ ਕਰਨੀ ਹੈ ਸੰਗਤ ਸਤਿਗੁਰ ਦੀ, ਸ਼ਬਦ ਵਿਚਾਰ ਦੀ, ਆਪਣਾ ਜੀਵਨ ਉੱਚਿਆਂ ਕਰਨ ਦੀ। ਪਰ ਜੇ ਮੈਂ ਗੁਰਦੁਆਰਾ ਬਣਾ ਲਵਾਂ ਇਹ ਜੱਟਾਂ ਦਾ ਪਾਪਿਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਦਲਿਤਾਂ ਦਾ ਗੁਰਦੁਆਰਾ, ਰਵਦਾਸੀਆਂ ਦਾ ਗੁਰਦੁਆਰਾ, ਮਜ਼੍ਹਬੀਆਂ ਦਾ ਗੁਰਦੁਆਰਾ, ਤਾਂ ਗੜਬੜ ਹੋ ਗਈ। ਠੀਕ ਹੈ। ਇਹ ਗੜਬੜ ਤਾਂ ਹੋਈ ਕਿ ਮੈਂ ਸ਼ਬਦ ਵਿਚਾਰ ਨਾਲ ਨਹੀਂ ਜੁੜਿਆ। ਇਹ ਗੜਬੜ ਤਾਂ ਹੋ ਗਈ ਕਿ ਮੈਂ ਜ਼ਾਤ ਪਾਤ ਨਹੀਂ ਛੱਡੀ। ਸੋ ਬਾਣੀ ਮੈਨੂੰ ਮੇਰਾ ਸ਼ਖਸੀ ਜੀਵਨ ਸਿੱਧਾ ਠੀਕ ਕਰਾਏਗੀ ਔਰ ਮੈਨੂੰ ਪੰਥਕ ਰਹਿਣੀ ਨਾਲ ਮੇਰਾ ਸਮਾਜਿਕ ਜੀਵਨ ਠੀਕ ਕਰੇਗੀ। ਤੁਹਾਡਾ ਆਨਸਰ ਹੋ ਗਿਆ ਸਵਾਲ। ਅਲਸੀ ਅਲਟੀਮੇਟਲੀ ਬਾਣੀ ਦੇ ਨਾਲ ਜੁੜਨਾ ਹੈ।